गोबिंद है कृपा निधान जगत गुरु। वाहिगुरु जी का खालसा वाहिगुरु जी की फतेह। परम सत्कारयोग गुरु स्वरूप गुरु खालसा सत संगत जीओ। आप सरबत संतां जो भी माई भाई सतगुरां दी पावन हजूरी विच स्थित हो, शामां दे वक्त सजे हुए दीवान विच हुणे हुण इस दरबार की हजूरी रागी सिंह साहबाना ने कीर्तन द्वारा आप जी नूं निहाल किया है। गुरबाणी का मनोहर कीर्तन सरवण कराया। गरीब नवाज सतगुरु कृपा करन, गुरु केश दरबार गुरुद्वारा दशमेश दरबार जिथे आप संगतां ने प्रबंधक गुरमुखा ने जो वीरवार दिन तक 3-4 दिन का 5 दिन का जो प्रोग्राम बनाया तो उस आपां नाल मिल के होए एकत्र मिलो मेरे भाई, दुविधा दूर करो लिवलाई। ये यतन करना है दुविधा नूं दूर करने वास्ते सत्संग की एकत्रता दे पहुँच के लाहा प्राप्त करिए। सतगुरां दी जो पावन अमृतमय बाणी है, संस्कृति श्लोकां की कथा जिहड़ी है वह लड़ीवार चल रही है। तो सतगुरां दे ये अमृत वचन 1358 अंग श्री गुरु ग्रंथ साहिब जी का 50वां श्लोक है संस्कृति का, जिथों अज की विचार प्रारंभ होने लगी। मन व्यती एकाग्र करो, श्रद्धा भावना निर्माणता सावधानता मन की एकाग्रता। ये शुभ गुणों द्वारा अपने स्वास सफले होंगे। सतगुरां की पावनमयी अमृतमयी बाणी जो है संसार के अंदर ये सुंदर है बाणियां सिर बाणी के। संसार के अंदर जितने भी धार्मिक ग्रंथ हैं ਉਹਦੇ ਵਿੱਚ ਭਾਵੇਂ ਆਦਿ ਕਾਲ ਦੀ ਬਾਣੀ ਵੇਦ ਹਨ, ਸ਼ਾਮ ਵੇਦ, ਰਿਗਵੇਦ, ਯਜੁਰਵੇਦ, ਅਥਰਵਣ ਵੇਦ, ਤੇ ਉਹਨਾਂ ਦੇ ਜਿਹੜੇ ਬੋਲ ਉਹਨੂੰ ਵੇਦ ਬਾਣੀ ਕਿਹਾ ਜਾਂਦਾ ਹੈ। ਪ੍ਰਥਮੇ ਵੇਦ ਬਾਣੀ ਪ੍ਰਕਾਸ਼ਿ ਹੈ ਤਾਂ ਉਹ ਵੀ ਬਾਣੀ। ਇਸ ਤੋਂ ਇਲਾਵਾ 6 ਸ਼ਾਸਤਰ ਹਨ, ਸਾਖ, ਨਿਆਏ, ਵਿਸੇਕ, ਪੂਰਮਾਸਾ, ਪਤੰਜਲ, ਉਹਨਾਂ ਦੀ ਸ਼ਾਸਤਰਾਂ ਦੀ ਬਾਣੀ ਹੈ। ਫਿਰ 18 ਪੁਰਾਣ ਹਨ, 27 ਸਿਮਰਤੀਆਂ, 52 ਉਪਨਿਸ਼ਦਾਂ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗ੍ਰੰਥ ਹਨ। ਇਸਲਾਮ ਦੇ ਕੋਲ ਕੁਰਾਨ, ਅੰਜੀਲ, ਤੌਰੇਤ, ਜ਼ਬੂਰ 4 ਪੁਸਤਕਾਂ ਹਨ। ਇਹ ਇਸੇ ਤਰ੍ਹਾਂ ਬਾਈਬਲ ਹੈ ਤੇ ਹੋਰ ਧਾਰਮਿਕ ਗ੍ਰੰਥ ਜਿੰਨੇ ਵੀ ਹਨ ਉਹ ਆਪਣੇ ਆਪਣੇ ਥਾਂ ਤੇ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਸਤਿਕਾਰ ਹੈ। ਉਹ ਧਰਮੀ ਬੰਦੇ ਆਪਣੇ ਆਪਣੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਦੇ ਕਰਨਾ ਚਾਹੀਦਾ, पर विचार की कसवटी ते रख के परखोगे तो उन्होंने ग्रंथों को एक तो अज तक गुरु की पदवी किसी ने नहीं दी, ना वो गुरु की पदवी ते है, बल्कि उन्होंने ग्रंथों को रचन वालियां ने अपनी रचना को अपने शरीर तो उपर उठन नहीं दिता।
ਆਪਣੀ ਮਹਾਨਤਾ ਦਰਸਾਈ ਹੈ ਗ੍ਰੰਥਾਂ ਦੇ ਅੰਦਰ ਵੀ। ਇਹ ਪ੍ਰਭਾਵ ਦਿੱਤਾ ਹੈ ਕਿ ਜੋ ਉਚਾਰਿਆ ਜਾ ਰਿਹਾ ਹੈ ਇਹਦੀ ਮਹਾਨਤਾ ਨਹੀਂ, ਜੋ ਉਚਾਰਨ ਕਰਨ ਵਾਲਾ ਹੈ ਉਸੇ ਦੀ ਮਹਾਨਤਾ ਹੈ। ਇਸੇ ਕਰਕੇ ਉਹਨਾਂ ਧਾਰਮਿਕ ਗ੍ਰੰਥਾਂ ਦਾ ਉਹ ਸਤਿਕਾਰ ਨਹੀਂ ਹੋਇਆ ਜਿਹੜਾ ਉਹਨਾਂ ਵਿਅਕਤੀਆਂ ਦਾ ਸੀ ਜਿਨ੍ਹਾਂ ਨੇ ਉਹ ਗ੍ਰੰਥ ਉਚਾਰਨ ਕੀਤੇ, ਕਿਉਂਕਿ ਉਹਨਾਂ ਨੇ ਆਪਣੀ ਰਚਨਾ ਨੂੰ ਉੱਪਰ ਉੱਠਣ ਨਹੀਂ ਦਿੱਤਾ। ਇਸ ਕਰਕੇ ਮਹਾਨਤਾ ਸਰੀਰਾਂ ਦੀ ਵਧੀ ਤੇ ਜਿਹੜੀ ਰਚਨਾ ਰਚੀ ਉਸ ਦੀ ਮਹਾਨਤਾ ਸੰਸਾਰ ਵਿੱਚ ਉਤਨੀ ਨਹੀਂ ਹੋ ਸਕਦੀ। ਤੇ ਜਦੋਂ ਇਸੇ ਵਿਚਾਰ ਨੂੰ ਥੋੜਾ ਜਿਹਾ ਹੋਰ ਗਹਿਰਾਈ ਨਾਲ ਵੇਖੋਗੇ ਤਾਂ ਉਚਾਰਨ ਕਰਨ ਵਾਲੇ ਗੁਰੂ ਸਾਹਿਬਾਨ ਕੀ ਕਹਿੰਦੇ ਨੇ, ਉਹਨਾਂ ਦੀ ਭਾਵਨਾ ਕੀ ਹੈ। ਉਹਨਾਂ ਨੇ ਇਹ ਕਿਹਾ ਵੀ ਇਹ ਬਾਣੀ ਜਿਹੜੀ ਹੈ ਮੇਰੀ ਨਹੀਂ ਹੈ, ਅਕਾਲ ਪੁਰਖ ਦੀ ਹੈ। ਤੇ ਇਸ ਬਾਣੀ ਨੂੰ ਸਤਿਗੁਰੂ ਕੀ ਬਾਣੀ ਜਿਹੜੀ ਹੈ ਇਹਨੂੰ ਸਤ ਸਰੂਪ ਕਰਕੇ ਮੰਨਣਾ ਕਰੋ। ਰਸਨਾ ਭਾਵੇਂ ਗੁਰੂ ਦੀ ਉਚਾਰਨ ਕਰ ਰਹੀ ਹੈ, ਬਾਣੀ ਭਾਵੇਂ ਸਤਿਗੁਰੂ ਦੀ ਕਹੀ ਜਾ ਰਹੀ ਹੈ, ਪਰ ਮਹਾਰਾਜ ਸਾਹਿਬ ਕਹਿੰਦੇ ਨੇ ਇਹ ਬਾਣੀ ਮਹਾਂਪੁਰਖ ਅਕਾਲ ਪੁਰਖ ਦੀ ਹੈ। ਬਹੁ ਬਾਣੀ ਨਿਰੰਕਾਰ ਹੈ, ਇਹ ਤਾਂ ਬਾਣੀ ਸਾਖਸ਼ਾਤ ਨਿਰੰਕਾਰ ਦਾ ਸਰੂਪ ਹੈਗਾ ਜੀ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਮੇਰੇ ਮਾਲਕ ਦੀ ਬਾਣੀ ਹੈ। ਤੈਸਰਾ ਕਰੀ ਗਿਆਨ ਬਿਲਾ, ਗਿਆਨ ਪ੍ਰਾਪਤ ਕਰੋ, ਬਾਣੀ ਅਕਾਲ ਪੁਰਖ ਦੀ ਹੈ। ਤੇ ਇਸ ਕਰਕੇ ਫਿਰ ਇਸ ਬਾਣੀ ਨੂੰ ਪਰਮੇਸ਼ਰ ਦਾ ਸਰੂਪ ਜਦੋਂ ਗੁਰੂ ਸਾਹਿਬ ਕਹਿੰਦੇ ਰਹੇ, ਔਰ ਜਦੋਂ ਇਸ ਬਾਣੀ ਨੂੰ ਆਪਣੇ ਸਰੀਰ ਦੇ ਨਾਲੋਂ ਇਹ ਕਹਿ ਦਿੱਤਾ ਮੇਰੇ ਸਰੂਪ ਤੇ ਜਾਤੇ ਹੈ ਦੀਰਘ, ਮੇਰੇ ਸਰੂਪ ਵਰਗੀ ਨਹੀਂ, ਮੇਰੇ ਸਰੂਪ ਤੋਂ ਬਹੁਤ ਵੱਡਾ ਦਰਜਾ ਹੈ। ਸਾਹਿਬ ਜਾਨ ਅਦਾਇਬ ਕਹੇ ਹੈ, ਤੁਸੀਂ ਆਪਣਾ ਮਾਲਕ ਜਾਣ ਕੇ ਅਦਬ ਕਰਿਓ ਬਾਣੀ। ਔਰ ਜਿਹੜਾ ਇਹ ਸਤਿਕਾਰ ਨਹੀਂ ਕਰੇਗਾ, ਮਹਾਰਾਜ ਕਹਿੰਦੇ ਮੈਂ ਸਿੱਖੀ ਵਿੱਚੋਂ ਉਸ ਨੂੰ ਖਾਰਜ ਕਰੇਗਾ। ਸਿੱਖ ਹੀ ਨਹੀਂ, ਮੇਰੀ ਦ੍ਰਿਸ਼ਟੀ ਵਿੱਚ ਤਾਂ ਸਿੱਖ ਹੈ ਨਹੀਂ। ਸੰਸਾਰ ਦੇ ਅਗਿਆਨ ਕਰਕੇ ਸੰਸਾਰ ਨੂੰ ਸਿੱਖ ਕਹੀ ਜਾਏ ਔਰ ਉਹ ਕਹਾਈ ਜਾਵੇ। ਗੁਰੂ ਸਾਹਿਬ ਕਹਿੰਦੇ ਮੈਂ ਨਹੀਂ ਮੰਨਦਾ ਕਿ ਉਹ ਸਿੱਖ। ਜਿਨ ਪੈ ਅਦਬ ਨ ਵਾਨੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ, ਮੇਰਾ ਸਿੱਖ ਨਹੀਂ ਹੈ। ਜੋ ਗੁਰ ਭਗਤ ਸਿੱਖ ਹੈ ਮੇਰਾ, ਗੁਰਬਾਣੀ ਤਿਸ ਭਾਏ ਕਨੇਰਾ। ਸਭ ਤੋਂ ਪਹਿਲੀ ਬਾਤ ਕਿ ਉਸ ਨੂੰ ਗੁਰਬਾਣੀ ਦਾ ਅਦਬ ਹੋਏਗਾ, ਗੁਰਬਾਣੀ ਦਾ ਸਤਿਕਾਰ ਹੋਏਗਾ। ਜਿਹਦਾ ਮਨ ਵਿੱਚ ਸਤਿਕਾਰ ਨਹੀਂ, ਉਹਦੀ ਗੱਲ ਸੁਣਨ ਨੂੰ ਮਨ ਤਿਆਰ ਹੀ ਨਹੀਂ ਹੁੰਦਾ। ਪਹਿਲੀ ਗੱਲ ਹੀ ਸਤਿਕਾਰ ਦੀ ਹੈ। ਸਤਿਕਾਰ ਹੈ ਤਾਂ ਉਹਦੀ ਗੱਲ ਸੁਣਨ ਦੇ ਵਿੱਚ ਰੁਚੀ ਹੋਏਗੀ, ਤੇ ਜਿਹਦਾ ਸਤਿਕਾਰ ਨਹੀਂ ਹੈ ਉਹਦੀ ਗੱਲ ਸੁਣਨ ਨੂੰ ਬੰਦਾ ਤਿਆਰ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਸਾਹਿਬ ਨੇ ਪਹਿਲਾਂ ਗੁਰਬਾਣੀ ਦਾ ਸਤਿਕਾਰ ਕਾਇਮ ਕੀਤਾ, ਆਪ ਸਤਿਕਾਰ ਕੀਤਾ, ਗੁਰੂ ਨਾਨਕ ਰੂਪ ਦੇ ਅੰਦਰ ਕੀਤਾ, ਦਸੇ ਸਰੂਪਾਂ ਵਿੱਚ ਕੀਤਾ, ਔਰ ਫਿਰ ਜੋ ਆਪਣੇ ਕੋਲ ਗੁਰਮਤਿ ਦੀਆਂ ਪੁਸਤਕਾਂ, ਗੁਰਮਤਿ ਦੀ ਵਿਆਖਿਆ ਵਾਲੀਆਂ, ਗੁਰਮਤਿ ਦੇ ਪ੍ਰਮਾਣ ਵਾਸਤੇ ਗੁਰੂ ਸਾਹਿਬਾਨ ਦੀ ਬਾਣੀ, ਇਤਿਹਾਸ, ਸਮੁੱਚੇ ਰੂਪ ਦੇ ਅੰਦਰ ਇੱਕੋ ਹੀ ਸਿਧਾਂਤ ਨਿਕਲਦਾ ਹੈ ਕਿ ਵੇਦ ਸ਼ਾਸਤਰ ਕੇ ਅਰਥ ਸੁਣ। ਜਿਹੜੇ ਵੇਦ ਨੇ ਜਾਂ ਸ਼ਾਸਤਰ ਹਨ, ਤੇ ਉਹਨਾਂ ਦੀ ਪਹਿਲੀ ਬਾਤ ਤਾਂ ਭਾਸ਼ਾ ਹੀ ਬੜੀ ਕਠਿਨ, ਤੇ ਉਹਨੂੰ ਸਮਝਣ ਵਾਸਤੇ ਵੇਦ ਦੇ ਖੱਟ ਅੰਗ ਪੜ੍ਹਨੇ ਪੈਂਦੇ ਨੇ। ਸਿੱਖਿਆ ਕਲਪ ਨਿਰੁਕਤਪਨ, ਜੋਤਿਸ਼ ਪਿੰਗਲ ਜਾਨ, ਵਿਆਕਰਨ ਬਖਾਣੀਆਂ, ਵੇਦ ਅੰਕ ਖੱਟ ਮਾਨ। ਕਹਿੰਦੇ ਫਲਾਣਾ ਵੇਦ ਵਿਦੰਗ ਪੜ੍ਹਿਆ, ਜਾਣੀ ਵੇਦ ਤੇ ਵੇਦ ਦੇ ਖੱਟ ਅੰਗ ਪੜ੍ਹਿਆ ਹੋਇਆ। ਵੇਦ ਨੂੰ ਪੜ੍ਹਨ ਤੋਂ ਪਹਿਲਾਂ ਵਿਧਾਨ ਸੀ ਕਿ ਵੇਦ ਦੇ ਖੱਟ ਅੰਗ ਪੜ੍ਹੇ ਜਾਣ, ਤਾਂ ਵੇਦ ਸਮਝ ਆਉਂਦਾ। ਉਹਦੇ 'ਚ ਇੱਕ ਵਿਆਕਰਨ, ਵਿਆਕਰਨ ਪੜ੍ਹਦਿਆਂ ਪੜ੍ਹਦਿਆਂ ਉਮਰਾਂ ਬਤੀਤ ਜਾਂਦੀਆਂ,
ਇੱਕ ਮਹਾਤਮਾ ਦੀ ਮੰਡਲੀ ਫਿਰਦੀ ਸੀ ਸਾਰੇ ਭਾਰਤ ਵਰਸ਼ ਦੇ ਵਿੱਚ, ਹੁਣ ਤਾਂ ਮੈਨੂੰ ਪਤਾ ਨਹੀਂ ਹੈ। ਮੈਂ ਜਦੋਂ ਮਹਾਂਪੁਰਖਾਂ ਕੋਲ ਵਿਦਿਆ ਪ੍ਰਾਪਤ ਕਰਦਾ ਸੀ ਉਸ ਵੇਲੇ ਇੱਕ ਵਾਰੀ ਫਤਿਹਗੜ੍ਹ ਸਾਹਿਬ ਜਾਂਦਿਆਂ ਉਹ ਮੰਡਲੀ ਮਿਲ ਗਈ ਸੀ। ਮਹਾਂਪੁਰਸ਼ ਦਾ ਮੰਡਲੇਸ਼ਵਰ ਨੂੰ ਵੀ ਜਾਣਦੇ ਸੀ, ਕਹਿਣ ਲੱਗੇ ਵੀ ਗੱਡੀ ਰੋਕੋ। ਤੇ ਉਹ ਜਮਾਤ ਦੇ ਬ੍ਰਖਤ ਮੰਡਲੀ ਆਉਂਦੀ ਆ, ਉਹਦੇ ਵਿੱਚ ਇਹ ਵੀ ਭੇਦ ਨਹੀਂ ਹੈ ਵੀ ਇੱਕੋ ਹੀ ਧਰਮ ਦੇ ਲੋਕ ਹੋਣ। ਉਹਦੇ 'ਚ ਜਿਹੜਾ ਮਰਜ਼ੀ ਵੀ ਉਸ ਬ੍ਰਖਤ ਮੰਡਲੀ ਜਾਵੇ ਉਹਨੇ ਬ੍ਰਖਤੀ ਧਾਰਨ ਕਰਨੀ ਹੈ। ਉਹਨਾਂ ਦੇ ਕੁਛ ਆਪਣੇ ਨਿਯਮ ਹਨ ਵੀ ਗੱਡੀ ਮੋਟਰ ਨਹੀਂ ਚੜ੍ਹਨਾ, ਤੁਰ ਕੇ ਜਾਣਾ ਹੈ, ਜਿੱਥੇ ਮਿਲ ਗਿਆ ਛਕ ਲਿਆ, ਜਿੱਥੇ ਟਿਕਾਣਾ ਮਿਲ ਗਿਆ ਰਹਿ ਲਏ, ਕਿਸੇ ਪਦਾਰਥ ਨਾਲ ਉਹ ਨਹੀਂ ਕਰਨਾ, ਖਾਣ ਪਹਿਨ ਪੀਣ ਦਾ ਕੋਈ ਲਾਲਚ ਨਹੀਂ ਕਰਨਾ, ਬਸ ਵਿਦਿਆ ਪੜ੍ਹਨੀ ਪੜ੍ਹਾਉਣੀ ਤੇ ਬ੍ਰਹਮ ਚਿੰਤਨ ਕਰਨਾ। ਮੇਰੇ ਸਾਹਮਣੇ ਉਹਨੂੰ ਇੱਕ ਮਹਾਤਮਾ ਨੂੰ ਪੁੱਛਿਆ, ਕਹਿੰਦੇ ਕਿੰਨਾ ਚਿਰ ਹੋ ਗਿਆ? ਕਹਿੰਦੇ 12 ਸਾਲ। ਕੀ ਕਰਦਾ ਰਿਹਾ 12 ਸਾਲ 'ਚ? ਕਹਿੰਦੇ ਜੀ ਵਿਆਕਰਨ ਪੜ੍ਹਦਾ ਰਿਹਾ। ਅਜੇ ਪੂਰੀ ਨਹੀਂ ਹੋਈ, 12 ਸਾਲ ਇਕੱਲੀ ਵਿਆਕਰਨ ਪੜ੍ਹਨ ਦੇ ਉੱਤੇ ਲੱਗ ਗਏ। ਕਲਯੁਗ ਦੀ ਜ਼ਿੰਦਗੀ ਹੈ ਕਿੰਨੀ? ਗੁਰੂ ਮਹਾਰਾਜ ਨੇ ਬੜੀ ਹੈ ਕਿਰਪਾ ਕੀਤੀ ਹੈ। ਫਿਰ ਵਿਆਕਰਨ ਇੱਕ ਨਹੀਂ ਹੈ, ਵਿਆਕਰਨਾਂ 9 ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਮਹਾਨ ਕਿਰਪਾ ਕੀਤੀ ਕਿ ਵੇਦ ਸ਼ਾਸਤਰਾਂ ਦਾ ਇਹ ਗਿਆਨ ਦਿੱਤਾ, ਸਭ ਅਨਾਦਿ ਵੇਦ ਗੁਰਬਾਣੀ। ਤੇ ਫਿਰ ਇਹਨਾਂ ਵੇਦਾਂ ਸ਼ਾਸਤਰਾਂ ਦੇ ਅੱਜ ਤੱਕ ਕਿਸੇ ਥਾਂ ਤੇ ਵੀ ਇਹ ਪ੍ਰਮਾਣ ਨਹੀਂ ਮਿਲਦਾ ਕਿ ਵੇਦ ਦੇ ਦਰਸ਼ਨ ਕਰਨ ਦੇ ਨਾਲ ਕੋਈ ਮਹਾਤਮ ਪ੍ਰਾਪਤ ਹੁੰਦਾ ਹੋਵੇ ਕਿਸੇ ਨੂੰ, ਕਿਸੇ ਵੀ ਗ੍ਰੰਥ ਦਾ, ਜਿੰਨੇ ਵੀ ਹੁਣ ਤੱਕ ਹੈ। ਕਿ ਜੀ ਆਹ ਗੀਤਾ ਪਈ ਹੈ ਵੀ ਇਹਦੇ ਦਰਸ਼ਨ ਕਰ ਲਓ ਤੁਹਾਡੀ ਕਲਿਆਣ ਹੋ ਜਾਏਗੀ। ਕੋਈ ਪੰਡਤ ਕਦੀ ਨਹੀਂ ਕਹੇਗਾ। ਜਦੋਂ ਕਹਿਣਗੇ ਇਹਦੇ ਅਰਥ ਪੜ੍ਹੋਗੇ, ਧਾਰਨ ਕਰੋਗੇ, ਫਿਰ ਫਾਇਦਾ ਹੋਊਗਾ। ਤੇ ਉਸ ਹਿੰਦੂ ਮਤ ਦੇ ਪ੍ਰਭਾਵ ਹੇਠ ਆ ਕੇ ਭਾਵੇਂ ਸਾਡੇ ਵੀ ਕੁਝ ਵੀਰ ਇਹ ਗੱਲ ਕਹਿਣ ਲੱਗੇ ਕਿ ਮੱਥਾ ਟੇਕਣ ਨਾਲ ਕੁਛ ਨਹੀਂ ਮਿਲਦਾ, ਪੜ੍ਹਨ ਨਾਲ ਕੁਛ ਨਹੀਂ ਮਿਲਦਾ, ਤੇ ਗੁਰਬਾਣੀ ਤੋਂ ਗਿਆਨ ਪ੍ਰਾਪਤ ਕਰੋ। ਇਹ ਇੰਨੀ ਕੁ ਤਾਂ ਗੱਲ ਠੀਕ ਹੈ ਵੀ ਗਿਆਨ ਪ੍ਰਾਪਤ ਕਰੋ, ਪਰ ਇਹ ਸਾਰੀ ਗਲਤ ਹੈ ਕਿ ਮੱਥਾ ਟੇਕਣ ਨਾਲ, ਪਾਠ ਕਰਨ ਨਾਲ ਕੁਛ ਨਹੀਂ ਮਿਲਦਾ। ਇਹ ਗਲਤ ਹੈ, ਕਿਉਂਕਿ ਗੁਰਮਤਿ ਸਿਧਾਂਤ ਵਿੱਚ ਇਹ ਗੱਲ ਬੜੀ ਲੰਗੀ ਚੱਕੀ ਹੈ। ਇਹ ਬਾਕੀ ਦੇ ਧਰਮਾਂ ਦੇ ਜਿਹੜੇ ਗ੍ਰੰਥ ਹਨ, ਵੇਦ ਸ਼ਾਸਤਰ ਕੇ ਅਰਥ ਸੁਣ, ਉਹਨਾਂ ਦੇ ਵੇਦਾਂ ਸ਼ਾਸਤਰਾਂ ਦੇ ਅਰਥਾਂ ਨੂੰ ਪੜ੍ਹਨਾ, ਸੁਣਨਾ, ਵਿਚਾਰਨਾ। ਜਦ ਵੀ ਵਿਚਾਰੈ ਧਾਰ, ਉਹਨਾਂ ਦੇ ਅਰਥਾਂ ਨੂੰ ਸੁਣ ਕੇ, ਵਿਚਾਰ ਕੇ ਹਿਰਦੇ ਵਿੱਚ ਧਾਰਨ ਕਰੇ ਤਾਂ ਕੋਈ ਫਲ ਪ੍ਰਾਪਤ ਹੁੰਦਾ ਹੈ। ਇਹ ਤਾਂ ਹੈ ਵੇਦਾਂ ਸ਼ਾਸਤਰਾਂ ਦਾ ਪ੍ਰੀਚਾ ਦਿੱਤਾ ਹੈ। ਹੁਣ ਨਾਲ ਹੀ ਗੁਰਬਾਣੀ ਦੀ ਗੱਲ ਕਰਨਗੇ। ਕਹਿੰਦੇ ਸ੍ਰੀ ਗੁਰੂ ਗ੍ਰੰਥ ਵਿਲੋਕ ਤੇ, ਵਿਲੋਕ ਦਾ ਮਤਲਬ ਹੈ ਦਰਸ਼ਨ ਕਰਨੇ। ਕਹਿੰਦੇ ਪੜ੍ਹਨਾ, ਸੁਣਨਾ, ਵਿਚਾਰਨਾ ਤਾਂ ਬਾਅਦ ਦੀ ਗੱਲ ਹੈ। ਜੇ ਕੋਈ ਭਾਵਨਾ ਧਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਹੀ ਕਰ ਲਵੇ ਨਾ, ਤੇ ਫਿਰ ਅੱਗੇ ਕੀ ਲਿਖਿਆ ਹੈ? ਵੇਦ ਸ਼ਾਸਤਰ ਕੇ ਅਰਥ ਸੁਣ, ਜਦ ਵੀ ਵਿਚਾਰੈ ਧਾਰ, ਸ੍ਰੀ ਗੁਰੂ ਗ੍ਰੰਥ ਵਿਲੋਕ ਤੇ ਪਾਵੇ ਗੋ ਫਲ ਚਾਰ। ਕਿਉਂਕਿ ਸਤਿਗੁਰਾਂ ਦੇ ਕੋਲ ਇਸ ਗੁਰਤਾ ਗੱਦੀ ਧੁਰਾਂ ਤੋਂ ਆਈ ਹੈ ਜਿਹੜੀ ਇਹ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਇਹਦੇ ਅਧੀਨ ਸਾਰੀਆਂ ਸ਼ਕਤੀਆਂ, ਇਸ ਕਰਕੇ ਇਸ ਜੋਤ ਦੇ ਅਧੀਨ ਸਾਰੀਆਂ ਸ਼ਕਤੀਆਂ। ਗੁਰੂ ਸਾਹਿਬ ਆਪਣੇ ਬਾਣੇ ਦੇ ਮਾਲਕ ਨੇ। ਜੇ ਕਈ ਵੀ ਥਾਂ ਬੇਅਦਬੀ ਹੋ ਜਾਂਦੀ ਹੈ, ਗੁਰੂ ਸਾਹਿਬ ਕੋਈ ਸ਼ਕਤੀ ਦਿਖਾਉਂਦੇ ਕਿਉਂ ਨਹੀਂ? ਇਹ ਉਹੀ ਗੁਰੂ ਹੈ ਜਿਹੜਾ 5ਵੇਂ ਜਾਂਵੀਂ ਤਵੀ ਤੇ ਬਹਿ ਕੇ ਰੇਤ ਸੀਸ ਪੈਂਦਾ ਰਿਹਾ। ਇਹ ਉਹੀ ਗੁਰੂ ਹੈ 9ਵੇਂ ਥਾਂ ਤੇ ਗੁਰਤਾ ਗੱਦੀ ਦੇ ਮਾਲਕ ਸੀਸ ਕੱਟਿਆ ਗਿਆ। ਕਰਾਮਾਤ ਸਿੱਖ ਨੂੰ ਦਿਖਾਉਣ ਵੇਲੇ ਤਾੜਨਾ ਕੀਤੀ, ਆ ਕੀ ਕਰ ਰਿਹਾ? ਇਸ ਕਰਕੇ ਇਹ ਬਾਤ ਕੋਈ ਸ਼ੰਕਾ ਨਹੀਂ ਬਣਦੀ ਹੈ। ਸ੍ਰੀ ਗੁਰੂ ਗ੍ਰੰਥ ਵਿਲੋਕ ਤੇ ਪਾਵੇ ਗੋ ਫਲ ਚਾਰ। ਇਹ ਹੈ ਫਰਕ ਦੂਸਰੇ ਮਤਾਂ ਦੇ ਗ੍ਰੰਥਾਂ ਨਾਲੋਂ ਕਿ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰਨ ਦੇ ਨਾਲ ਵੀ ਬਹੁਤ ਵੱਡਾ ਮਹਾਤਮ ਹੈ। ਪਰ ਜੇ ਸ਼ਰਧਾ ਉਹ ਜਿਹੀ ਹੋਵੇ ਜੈਸੀ ਸਤਪੁਰਸ਼ਾਂ ਦੇ ਗੁਰੂ ਪੰਥ ਖਾਲਸੇ ਅੰਦਰ ਨਾਮ ਜਪਣ ਵਾਲੇ
ਨਾਮ ਰਤੜੀਆਂ ਰੂਹਾਂ ਦੇ ਵਿੱਚ ਸੰਤ ਬਾਬਾ ਮਗਰ ਸਿੰਘ ਜੀ ਵਰਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆਉਣ ਤੋਂ ਪਹਿਲੇ ਹੀ ਇੰਨਾ ਆਪਣੇ ਆਪ ਨੂੰ ਤਿਆਰ ਕਰਕੇ ਲੈ ਕੇ ਆਉਂਦੇ ਸੀ ਕਿ ਮੈਂ ਗੁਰੂ ਨਾਨਕ ਦੇ ਚਰਨ ਪਰਸਣੇ, ਮੈਂ ਗੁਰੂ ਨਾਨਕ ਨੂੰ ਨਮਸਕਾਰ ਕਰਨੀ ਹੈ। ਸੱਜੇ ਕੀ ਹੈ, ਖੱਬੇ ਕੀ ਹੈ, ਅੱਗੇ ਕੀ ਹੈ, ਪਿੱਛੇ ਕੀ ਹੈ, ਕੋਈ ਲੈਣਾ ਦੇਣਾ ਨਹੀਂ। ਮੈਂ ਗੁਰੂ ਨਾਨਕ ਦੇ ਦੀਦਾਰ ਕਰਨ ਚੱਲਿਆ। ਗੁਰੂ ਨਾਨਕ ਪ੍ਰਤੱਖ ਬੈਠਾ। ਜਿਸ ਵੇਲੇ ਫਿਰ ਨਮਸਕਾਰ ਕਰਦੇ ਸਨ, ਇਹਨਾਂ ਦੀ ਅਵਸਥਾ ਇੰਨੀ ਪ੍ਰਪੱਕ ਹੋ ਗਈ ਸੀ, ਉਸੇ ਵੇਲੇ ਸਰਗੁਣ ਸਰੂਪ ਦੇ ਚਰਨ ਇਹਨਾਂ ਨੂੰ ਗੁਰੂ ਨਾਨਕ ਦੇ ਪ੍ਰਤੱਖ ਦਿਸਦੇ ਸੀ ਤੇ ਉਹਨਾਂ ਚਰਨਾਂ ਦੇ ਉੱਤੇ ਆਪਣਾ ਮੱਥਾ ਲਾ ਕੇ ਨਮਸਕਾਰ ਕਰਿਆ ਕਰਦੇ ਸੀ। ਇਹ ਉਹਨਾਂ ਦਾ ਨਿਤ ਦੀ ਸੀ। ਸੋ ਭਾਵਨਾ ਦੀ ਹੈ, ਭਾਵੋ ਹੀ ਵਿਦਤੇ ਦੇਵਾ, ਤੇ ਭਾਵਨਾ ਦੇ ਅਧੀਨ ਸਭ ਕੁਛ, ਬਾਕੀ ਕੋਈ ਦੇਵਤਾ ਨਹੀਂ। ਭਾਵਨਾ ਹੈ ਤਾਂ ਦੇਵਤਾ ਹੈ। ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕਉ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਦਸਵੀਂ ਬਾਣੀ ਵਿੱਚ ਕਹਿੰਦੇ ਹੈ, ਭਾਵਨਾ ਤੋਂ ਹੀਣਾ ਪਰਮੇਸ਼ਰ ਨੂੰ ਪਾ ਨਹੀਂ ਸਕਦਾ। ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਭਾਵਨਾ ਕਰਨ ਵਾਲੇ, ਨਮਸਕਾਰ ਕਰਨ ਵਾਲਿਆਂ ਨੂੰ ਵੀ, ਗੁਰੂ ਸਾਹਿਬ ਦੀਆਂ ਪ੍ਰਕਰਮਾਂ ਕਰਨ ਵਾਲਿਆਂ ਨੂੰ, ਗੁਰੂ ਗ੍ਰੰਥ ਸਾਹਿਬ ਦੇ ਚੌਰ ਕਰਨ ਵਾਲਿਆਂ ਨੂੰ, ਗੁਰੂ ਗ੍ਰੰਥ ਸਾਹਿਬ ਦੇ ਮਾਲਿਆਂ ਦੀ ਸੇਵਾ ਕਰਨ ਵਾਲਿਆਂ ਨੂੰ, ਗੁਰੂ ਗ੍ਰੰਥ ਸਾਹਿਬ ਦੀ ਵਿਛਾਈ ਕਰਨ ਵਾਲਿਆਂ ਨੂੰ, ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਕੜਾਹ ਪ੍ਰਸ਼ਾਦ ਲੈ ਕੇ ਆਉਣ ਵਾਲਿਆਂ ਨੂੰ, ਕੋਈ ਐਸਾ ਨਹੀਂ ਜਿਹਨੂੰ ਮਹਾਰਾਜ ਫਲ ਨਾ ਦੇਣ। ਬੇਅੰਤ ਭੰਡਾਰੇ ਭਰੇ ਹੋਏ ਮਹਾਰਾਜ ਦੇ। ਸੋ ਜੋ ਸਤਿਗੁਰਾਂ ਦੇ ਅੰਮ੍ਰਿਤ ਬਚਨ ਸੁਣੇਗਾ, ਅੰਮ੍ਰਿਤ ਬਚਨ ਸੁਣ ਕੇ ਅਮਲ ਵਿੱਚ ਲਿਆਏਗਾ, ਉਹਦੀ ਤਾਂ ਕਲਿਆਣ ਹੋਣਾ ਹੀ ਹੋਣੀ। ਸੋ ਜੋ ਸੰਸਕ੍ਰਿਤੀ ਸ਼ਲੋਕਾਂ ਦੀ ਵਿਚਾਰ ਚੱਲ ਰਹੀ ਹੈ, ਤੇ ਪਿੱਛੇ ਸ਼ਲੋਕ 49 ਹੋ ਚੁੱਕੇ ਨੇ, 50ਵਾਂ ਸ਼ਲੋਕ ਹੈ। ਪਿੱਛੇ 5 ਸ਼ਲੋਕ ਇੱਕੋ ਹੀ ਪ੍ਰਕਰਣ ਦੇ ਸਨ। ਉਹਨਾਂ 5 ਸ਼ਲੋਕਾਂ ਦਾ ਪ੍ਰਕਰਣ ਕੀ ਸੀ ਵੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹ ਐਸੇ ਸ਼ਤਰੂ ਹਨ, ਐਸੇ ਪ੍ਰਬਲ ਹਨ ਜਿਨ੍ਹਾਂ ਨੇ ਛੱਡਿਆ ਕੋਈ ਨਹੀਂ। ਵੱਡੇ ਵੱਡੇ ਜਿਨ੍ਹਾਂ ਦਾ ਸੰਸਾਰ ਦੇ ਵਿੱਚ ਬਹੁਤ ਸਤਿਕਾਰ ਸੀ, ਮਿੱਟੀ ਵਿੱਚ ਰੋੜ ਕੇ ਰੱਖ ਦਿੱਤਾ। ਇੱਕ ਇੱਕ ਨੇ, ਤੇ ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਨੇ, ਹੰਕਾਰ ਨੇ, ਕਿੰਨੇ ਕਰੋੜੇ ਨੇ, ਗਿਣਤੀ ਕੋਈ ਨਹੀਂ ਹੈ। ਗੁਰੂ ਜਿਨ ਮਿਲ ਮਾਰੇ ਪੰਜ ਸੂਰਵੀਰ, ਐਸੋ ਕੌਣ ਬਲੀਰੇ। ਜਿਨ ਪੰਜ ਮਾਰ ਵਿਦਾਰ ਗੁਦਾਰੇ, ਸੋ ਪੂਰਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਇਹੀ ਗੁਰੂ ਨਾਨਕ 10ਵੇਂ ਜਾਮੇ ਵਿੱਚ ਸੂਰਵੀਰਤਾ ਵਾਲਾ ਤੇ 6ਵੇਂ ਜਾਮੇ ਵਿੱਚ ਸੂਰਵੀਰਤਾ ਵਾਲੇ, ਲਿਬਾਸ ਪਹਿਨਣ ਵਾਲੇ, ਸਿੱਖਾਂ ਸ਼ਸਤਰ ਵਿਦਿਆ ਲਿਆਉਣ ਵਾਲੇ ਗੁਰੂ ਸਾਹਿਬਾਨਾਂ ਦੇ ਉੱਤੇ ਇਹਨਾਂ ਪੰਜਾਂ ਨੇ ਵਾਰੀ-ਵਾਰੀ ਹਮਲਾ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਵਾਰੀ-ਵਾਰੀ ਸਾਰਿਆਂ ਨੂੰ ਚਿੱਤ ਕਰਕੇ ਰੱਖ ਦਿੱਤਾ ਮਹਾਰਾਜ। ਕਾਮ ਨੇ ਹਮਲਾ ਕੀਤਾ ਅਨੂਪ ਕੌਰ ਦੇ ਰੂਪ ਵਿੱਚ। ਉਹ ਕਾਮ ਦਾ ਹਮਲਾ ਸੀ ਤੇ ਕਾਮ ਨੇ ਕਿਹਾ ਵੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੀ, ਮੈਂ ਤਾਂ ਅੱਜ ਤੱਕ ਛੱਡਿਆ ਹੀ ਕੋਈ ਨਹੀਂ, ਕੋਈ ਅਵਤਾਰ ਦਾ ਨਾਂ ਲਓ। ਤੇ ਇਹਨਾਂ ਪੰਜਾਂ ਦੀ ਏਕਤਾ ਇੰਨੀ ਹੈ ਇਹ ਜਿਵੇਂ ਸਿੱਧੀ ਜੀ ਇੱਕ ਬੜੀ ਸਾਦੀ ਜੀ ਮਿਸਾਲ ਹੈ। ਇਹ ਉੱਥੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਆਪਾਂ ਵਿਸ਼ੇਸ਼ ਕਰਕੇ ਜਿੱਥੇ ਦੇ ਵਸਨੀਕ ਤੇ ਉੱਥੇ ਤੇ ਹੜਵਾਰ ਬਣੇ ਹੁੰਦੇ ਨੇ, ਜਿੱਥੇ ਪਸ਼ੂ ਮਰੇ ਹੋਏ ਢੋ ਕੇ ਵਜਾ ਕੇ ਤੇ ਉਹਨਾਂ ਦੇ ਕਾਂ ਕੁੱਤੇ ਖਾ ਲੈਂਦੇ ਆ, ਮਾਸ ਨੂੰ ਚਮੜਾ ਲਾ ਕੇ ਲੈ ਜਾਂਦੇ ਆ ਲੋਕ ਜਿਨ੍ਹਾਂ ਦਾ ਬਿਜ਼ਨਸ ਹੈ। ਤੇ ਉੱਥੇ ਕਈ ਵਾਰ ਕੁੱਤੇ ਇਕੱਠੇ ਹੋਏ ਹੱਡ ਚੱਬਦੇ ਹੁੰਦੇ, ਹੜਵਾਰਾਂ ਦੇ ਕੁੱਤੇ ਕਹਿੰਦੇ ਨੇ। ਤੇ ਉਹਨਾਂ ਦੀ ਏਕਤਾ ਐਡੀ ਹੈ ਵੀ ਇੱਕ ਕੁੱਤਾ ਭੌਂਕਣ ਲੱਗੇ, ਬਾਕੀ ਦੇ ਸਾਰੇ ਉਹਦੇ ਸਾਥੀ ਉਸੇ ਤਰ੍ਹਾਂ ਭੌਂਕਣ ਲੱਗ ਜਾਂਦੇ ਨੇ ਜਿਵੇਂ ਇੱਕ ਭੌਂਕਿਆ। ਤੇ ਇਸੇ ਤਰ੍ਹਾਂ ਇਹਨਾਂ ਪੰਜਾਂ ਦੇ ਵਿੱਚੋਂ ਇਹ ਕੁੱਤਿਆਂ ਤੋਂ ਵੀ ਭੈੜੇ ਨੇ। ਇਹਨਾਂ ਪੰਜਾਂ ਚੋਂ ਇੱਕ ਭੌਂਕੇ ਬਸ ਦੂਸਰੇ ਨਾਲ ਰਲ ਜਾਂਦੇ। ਭਾਵੇਂ ਕਾਮਬਾਸ਼ ਨਾ ਉੱਠੀ ਹੈ,
ਤੇ ਭਾਵੇਂ ਕ੍ਰੋਧ ਉੱਠਿਆ, ਲੋਭ ਮੋਹ ਕੋਈ ਵੀ ਹੈ, ਇਹ ਸਾਰੇ ਚਾਰੇ ਉਹਦਾ ਸਾਥ ਦੇਣਗੇ, ਉਹਨਾਂ ਤੋਂ ਬਿਨਾਂ ਕਾਮਯਾਬੀ ਹੈ ਨਹੀਂ। ਇਸ ਕਰਕੇ ਨਾ ਸਾਰਿਆਂ ਦਾ ਹੀ ਨਾਂ ਹੁੰਦਾ ਜਿੱਥੇ ਵੀ ਹੁੰਦਾ। ਤੇ ਇਹਨਾਂ ਕੱਲੇ ਕੱਲੇ ਤੋਂ ਬਚਣ ਵਾਸਤੇ ਹਰੇਕ ਸ਼ਬਦ ਦੇ ਅਖੀਰ ਵਿੱਚ ਮਹਾਰਾਜ ਕਹਿੰਦੇ ਨੇ, ਸੱਚੇ ਪਾਤਸ਼ਾਹ ਇਹ ਬੇਨਤੀ ਕਰਨ ਦਾ ਢੰਗ ਦੱਸੇ, ਇਹਦੇ ਤੇ ਕਿਰਪਾ ਕਰਕੇ ਮੈਨੂੰ ਬਚਾਓ। ਇਹ ਬੇਨਤੀ ਕਰਦਾ ਹਰੀ ਲਾਲ ਕ੍ਰਿਸ਼ਨ ਲਾਲ ਇਉਂ ਬੇਨਤੀ ਕਰੇ ਤਾਂ ਬਚਿਆ ਜਾ ਸਕਦਾ ਹੈ। ਇਹ ਪੰਜਾਂ ਦਾ ਕੱਲਾ ਕੱਲਾ ਸ਼ਬਦ ਉਚਾਰਨ ਕਰਕੇ ਮਹਾਰਾਜ ਨੇ ਢੰਗ ਤਰੀਕੇ ਦੱਸੇ। ਹੁਣ ਸਮੁੱਚੇ ਰੂਪ ਦੇ ਵਿੱਚ ਪੰਜਾਂ ਤੋਂ ਬਚਣ ਦੇ ਲਈ ਸਮੁੱਚੇ ਰੂਪ ਦੇ ਵਿੱਚ ਬੇਨਤੀ ਕਰਨ ਦਾ ਢੰਗ ਦੱਸਦੇ ਆ। ਇਹ ਜਿਹੜਾ 50ਵਾਂ ਸ਼ਲੋਕ ਹੈ, ਤੇ ਆਓ ਇਸ ਦੇ ਵਿੱਚ ਜੋ ਸਿਧਾਂਤ ਹੈ ਤੇ ਜੋ ਇਹਦੇ ਵਿੱਚ ਅਰਥ ਵਿਚਾਰ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਗੱਲ ਕਹੀ ਸੀ, ਕਰਤਾਰਪੁਰ ਜਿੱਥੇ ਮਹਾਰਾਜ ਸਾਹਿਬ ਨੇ ਜੀਵਨ ਯਾਤਰਾ ਸਾਰੀ ਜ਼ਿੰਦਗੀ 4 ਉਦਾਸੀਆਂ ਧਾਰਨ ਕਰਕੇ ਸੰਸਾਰ ਨੂੰ ਉਤਾਰਿਆ। ਪਿਛਲੀ ਜ਼ਿੰਦਗੀ ਜਿਹੜੀ ਹੈ ਦਰਿਆ ਰਾਵੀ ਦੇ ਕਿਨਾਰੇ ਕਰਤਾਰ ਦੇ ਨਾਂ ਤੇ ਇੱਕ ਪਿੰਡ ਵਸਾ ਕੇ ਕਰੋੜੀਮਲ ਖੱਤਰੀ ਦੇ ਉਹ ਕੀਤੀ ਹੋਈ ਦਾਨ ਕੀਤੀ ਹੋਈ ਨਿਰੰਕਾਰ ਦੇ ਨਾਂ ਤੇ ਪਹਿਲਾਂ ਉਹ ਬੜੀ ਬੁਰਾਈ ਦੇ ਨਾਲ ਆਇਆ ਸੀ, ਅੱਖਾਂ ਦੋਨਾਂ ਹੋਇਆ, ਲੱਤ ਟੁੱਟੀ, ਬੜੇ ਲੰਮੇ ਪ੍ਰਸੰਗ ਨੂੰ। ਫਿਰ ਉਹ ਗੁਰੂ ਨਾਨਕ ਦਾ ਮਰੀਦ ਬਣਦਾ ਤੇ ਕਹਿੰਦਾ, ਪਾਤਸ਼ਾਹ ਮੈਂ ਜ਼ਮੀਨ ਤੁਹਾਨੂੰ ਆਪਣਾ ਜ਼ਮੀਨ ਦਾ ਟੁਕੜਾ ਸਫਲਾ ਕਰਨ ਵਾਸਤੇ ਦਿੰਦਾ, ਕਿ ਤੁਸੀਂ ਕਿਰਪਾ ਕਰਕੇ ਮਹਾਰਾਜ ਇਹ ਮੇਰੀ ਭੇਟਾ ਸਵੀਕਾਰ ਕਰੋ ਤੇ ਆਪਣੇ ਨਾਂ ਦਾ ਇੱਕ ਨਗਰ ਵਸਾ ਲਓ। ਮਹਾਰਾਜ ਕਹਿੰਦੇ ਨੇ, ਆ ਸਾਰਾ ਸੰਸਾਰ ਰੂਪੀ ਨਗਰ ਜਿਸ ਮੇਰੇ ਕਰਤਾਰ ਨੇ ਵਸਾਇਆ ਉਹਦੇ ਨਾਂ ਤੇ ਤਾਂ ਵਸਾ ਦੇਣੇ ਜੇ ਤੇਰੀ ਭਾਵਨਾ ਹੈ, ਪਰ ਮੈਂ ਆਪਣੇ ਨਾਂ ਤੇ ਨਹੀਂ। ਇਸ ਕਰਕੇ ਕਰਤਾਰ ਦੇ ਨਾਂ ਤੇ ਕਰਤਾਰਪੁਰਾ ਨਗਰ ਵਸਾਇਆ। ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਬਾਬੇ ਬੁੱਢੇ ਸਾਹਿਬ ਬਸ ਵਰਗੇ ਉਹਨਾਂ ਸਤਿਪੁਰਸ਼ਾਂ ਦੇ ਕਰਤਾ ਪੁਰਖ ਆਪ ਹੀ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਬਸਿਆ। ਤੇ ਉੱਥੇ ਦਰਿਆ ਰਾਵੀ ਦੇ ਕਿਨਾਰੇ ਭਾਈ ਲਹਿਣਾ ਜੀ ਨੂੰ ਇੱਕ ਦਿਨ ਉਪਦੇਸ਼ ਦਿੰਦਿਆਂ, ਜਪਜੀ ਸਾਹਿਬ ਦੇ ਅਰਥ ਸੁਣਾਉਂਦਿਆਂ, ਸਿਧਾਂਤ ਸੁਣਾਉਂਦਿਆਂ ਇੱਕ ਗੱਲ ਸਮਝਾਈ ਸੀ। ਕਹਿੰਦੇ, ਭਾਈ ਲਹਿਣਾ ਇੱਕ ਗੱਲ ਸਮਝ ਲੈ ਵੀ ਇਹ ਜਿਹੜੀ ਗੁਰਬਾਣੀ ਹੈ ਨਾ, ਜਦੋਂ ਗੁਰਬਾਣੀ ਪੜ੍ਹਨੀ ਹੈ ਇਹਦੇ ਅਰਥਾਂ ਨੂੰ ਹਿਰਦੇ ਵਿੱਚ ਧਾਰਨ ਕਰ, ਸਮਝ ਸਮਝ ਕੇ ਪੜ੍ਹਨੀ ਹੈ। ਕਹਿੰਦੇ ਅਰਥ ਵਿਚਾਰ ਕਰੈ ਔਰ ਮਾਹੀ, ਔਰ ਨਾਮ ਹਿਰਦੇ ਦੇ, ਹਿਰਦੇ ਵਿੱਚ ਅਰਥਾਂ ਦੀ ਵਿਚਾਰ ਕਰੋ। ਕਹਿੰਦੇ ਫਲ ਕੀ ਮਿਲੇਗਾ? ਮਾਰੇ ਕਹਿੰਦੇ ਮੁਕਤ ਹੋਏ ਸੋ ਸੰਸ਼ੈ ਨਹੀਂ, ਮੁਕਤ ਹੋ ਜਾਏਗਾ, ਕੋਈ ਸੰਸ਼ੈ ਨਹੀਂ ਇਹਦੇ ਵਿੱਚ। ਗੁਰਬਾਣੀ ਕਲਿਆਣ ਵਾਸਤੇ। ਸੋ ਇਸ ਕਰਕੇ ਸ਼ਬਦ ਦੇ ਪਾਠ ਦੇ ਨਾਲ ਨਾਲ, ਜਿਵੇਂ ਗੁਰਮੁਖ ਪਿਆਰੇ ਪਾਠਕ ਦੀ ਡਿਊਟੀ ਪਾਠ ਬੋਲਣ ਦੀ ਹੈ, ਤੇ ਜਿਹਨੇ ਅਰਥ ਵਿਚਾਰ ਕਰਨੀ ਹੈ ਉਹਦੀ ਡਿਊਟੀ ਅਰਥ ਵਿਚਾਰ ਦੀ ਹੈ, ਤੇ ਰਲ ਮਿਲ ਕੇ ਤੇ ਆਪ ਸਾਰਿਆਂ ਦੀ ਡਿਊਟੀ ਸੁਣਨ ਦੀ ਹੈ। ਸੁਣਨ, ਸੁਣਾਉਣ, ਪੜ੍ਹਨ, ਪੜ੍ਹਾਉਣ ਦੇ ਵਿੱਚ ਤੇ ਕਲਾ ਤਾਂ ਸ਼ਬਦ ਹੀ ਵਰਤ ਰਹੀ। ਇੱਕ ਸਿੱਖ ਦੇ ਰਸਨਾ ਤੇ ਹੈ, ਦੂਸਰੇ ਸਿੱਖਾਂ ਦੇ ਕੰਨਾਂ ਵਿੱਚ ਹੈ, ਤੇ ਰਿਸ਼ਤਾ ਤਾਂ ਸ਼ਬਦ ਦੁਆਰਾ ਹੀ ਜੁੜਿਆ ਨਾ। ਸੁਰਤ ਜਿਹੜੀ ਸੁਰਤ ਹੈ ਸਾਡੀ, ਚਾਹੇ ਉਹ ਪਾਠਕ ਦੀ ਸੁਰਤ ਹੈ, ਚਾਹੇ ਉਹ ਵਿਆਖਿਆਕਾਰ ਦੀ ਸੁਰਤ ਹੈ, ਚਾਹੇ ਉਹ ਸੁਣਨ ਵਾਲੇ ਦੀ ਸੁਰਤ ਹੈ, ਸੁਰਤ ਦੇ ਨਾਲ ਸੰਬੰਧ ਤਾਂ ਸ਼ਬਦ ਹੈ, ਤੇ ਸ਼ਬਦ ਹੀ ਸਾਡਾ ਗੁਰੂ ਹੈ। ਤੋ ਆਓ ਜਿਸ ਪ੍ਰਕਾਰ ਸਮੁੱਚੇ ਰੂਪ ਵਿੱਚ ਮਹਾਰਾਜ ਕਹਿੰਦੇ, ਹੇ ਹਰੀ ਲਾਲ ਕ੍ਰਿਸ਼ਨ ਲਾਲ, ਇਹਨਾਂ ਪੰਜਾਂ ਤੋਂ ਬਚਣ ਵਾਸਤੇ ਬੇਨਤੀ ਕਰੋ। ਸਮੁੱਚੇ ਰੂਪ ਵਿੱਚ ਇਉਂ ਬੇਨਤੀ ਕਰੋ। ਇਹ ਹੁਣ ਬੇਨਤੀ ਦਾ ਢੰਗ ਮਹਾਰਾਜ ਸਾਹਿਬ ਜੀ ਦੱਸਦੇ ਹੈ। ਤੇ ਪਿਛਲੀ ਵਾਰ ਜਦੋਂ ਦਾਸ ਇਸ ਸਥਾਨ ਤੇ ਆਇਆ ਸੀ, ਤੇ ਹੋਰ ਵੀ ਬੜੇ ਬੜੇ ਗਿਆਨੀ ਸਿੰਘ ਸਾਹਿਬਾਨ, ਜਿਨ੍ਹਾਂ ਦੇ ਵਿੱਚ ਸੰਤ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਕਲਾਂ ਵਾਲੇ, ਜਿਹੜੇ ਸਾਡੇ ਵੱਡਿਆਂ ਦੇ ਮਹਾਂਪੁਰਸ਼ਾਂ ਦੇ ਪੋਤਰੇ ਵੀ, ਖੂਨੀ ਰਿਸ਼ਤਾ ਵੀ ਹੈ, ਔਰ ਉਹਨਾਂ ਦੀ ਦ੍ਰਿਸ਼ਟੀ ਵੀ ਹੋਈ ਹੈ ਉਹਨਾਂ ਤੇ ਵੀ ਬਹੁਤ ਵੱਡੇ ਗਿਆਨੀ ਬਣ ਜਾਣਗੇ। ਉਦੋਂ ਮਹੀਨੇ ਕੁ ਸੀ ਜਦੋਂ ਇਹ ਵਚਨ ਹੋਇਆ ਸੀ। ਤੋ ਇਸ ਕਰਕੇ ਵੀ ਉਹਨਾਂ ਨੇ ਵੀ, ਹੋਰ ਗਿਆਨੀ ਸਿੰਘ ਸਾਹਿਬਾਨਾਂ ਨੇ ਵੀ ਵਿਆਖਿਆ ਦੇ ਜ਼ਰੂਰ ਐਸਾ ਕਥਨ ਕੀਤਾ ਹੋਏਗਾ। ਤੇ ਦਾਸ ਨੇ ਵੀ ਬੇਨਤੀ ਕੀਤੀ ਸੀ, ਇਹਦੀ ਜੋ ਥਾਨਕਾ ਸੀ, ਇਹ ਕਾਂਸੀ ਦੇ ਵਿੱਚ ਕਦੋਂ ਕਿਵੇਂ ਇਹ ਬਾਣੀ ਦਾ ਉਚਾਰਨ ਕਰਨ ਦਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਾਣ ਤੋਂ ਪ੍ਰਾਰੰਭਤਾ ਹੁੰਦੀ ਹੈ ਤੇ ਫਿਰ ਉਹਨਾਂ ਦੀ ਸੰਤਾਨ ਹਰੀ ਲਾਲ ਕ੍ਰਿਸ਼ਨ ਲਾਲ ਅੰਮ੍ਰਿਤਸਰ ਸਾਹਿਬ ਰਾਮਸਰ ਵਾਲੀ ਜਗ੍ਹਾ ਆ ਕੇ ਮਹਾਰਾਜ ਸਾਹਿਬ ਨੂੰ ਉਹ ਚਤੁਰ ਸ਼ਲੋਕੀ ਗੀਤਾ ਵੀ ਆ ਕੇ ਦਿਖਾਉਂਦੇ ਆ, ਜਿਹੜੇ ਬਚਨ ਗੁਰੂ ਨਾਨਕ ਦੇ, ਤੇ ਆਪਣੇ ਕਲਿਆਣ ਵਾਸਤੇ ਫਿਰ ਉਹ ਬੇਨਤੀ ਕਰਦੇ ਵਿਦਵਾਨ, ਉਹਨਾਂ ਦੀ ਆਪਣੀ ਭਾਸ਼ਾ ਤੇ ਸੰਸਕ੍ਰਿਤ ਹੋਣ ਕਰਕੇ ਫਿਰ ਉਹਨਾਂ ਨੇ ਇਹੀ ਬੇਨਤੀ ਕੀਤੀ, ਮਹਾਰਾਜ ਸੰਸਕ੍ਰਿਤ ਦੇ ਅੱਖਰਾਂ ਦੁਆਰੇ ਕਿਰਪਾ ਕਰੋ। ਮਹਾਰਾਜ ਕਹਿੰਦੇ ਫਿਰ ਆਪਾਂ ਸਹਿਸਕ੍ਰਿਤੀ ਵਿੱਚ, ਜਿਹੜੀ ਸੰਸਕ੍ਰਿਤ ਦੀ ਵੀ ਮਾਂ ਹੈ, ਉਸ ਦੇ ਵਿੱਚ ਤੁਹਾਨੂੰ ਇਹ ਉਪਦੇਸ਼ ਦਿੰਦੇ ਹਾਂ। ਤੇ ਉਸ ਵੇਲੇ ਜੋ ਲੜੀਵਾਰ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਦੇ ਆ ਰਹੇ ਆ, ਕਹਿੰਦੇ ਹਰੀ ਲਾਲ ਕ੍ਰਿਸ਼ਨ ਲਾਲ ਇਹ ਪੰਜਾਂ ਤੋਂ ਆਪਣੇ ਆਪ ਬਚਿਆ ਨਹੀਂ ਜਾ ਸਕਦਾ। ਇਹਦੇ ਲਈ ਤਾਂ ਪਰਮਾਤਮਾ ਨੂੰ ਇਹ ਬੇਨਤੀ ਕੀਤੀ ਜਾਏ ਤੇ ਉਹ ਕੱਲੇ ਸ਼ਲੋਕ ਦੁਆਰਾ ਬੇਨਤੀ, ਹੁਣ ਸਮੁੱਚੇ ਰੂਪ ਵਿੱਚ ਇੱਕ ਸ਼ਲੋਕ ਦੇ ਵਿੱਚ ਇਹਨਾਂ ਪੰਜਾਂ ਤੋਂ ਬਚਣ ਵਾਸਤੇ ਇਉਂ ਫਿਰ ਬੇਨਤੀ ਕਰਨ ਦਾ ਢੰਗ ਦੱਸਦੇ, ਸੁਣਨਾ ਕਰੋ ਜੀ। ਹੇ ਪ੍ਰਾਣਨਾਥ ਗੋਬਿੰਦ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਹੇ ਪ੍ਰਾਣਨਾਥ ਗੋਬਿੰਦ ਹੈ। ਨਾਥ ਦਾ ਅਰਥ ਹੈ ਮਾਲਕ, ਸੁਆਮੀ। ਤੇ ਤੁਸੀਂ ਮਹਾਰਾਜ ਸੰਸਾਰ ਦੇ ਛੋਟੇ ਛੋਟੇ ਮਾਲਕ ਨੇ। ਕੋਈ ਕਹਿੰਦਾ ਜੀ ਇਹ ਫੈਕਟਰੀ ਦਾ ਮਾਲਕ ਫਲਾਣਾ ਸਿੰਘ ਹੈ, ਇਹ ਜ਼ਮੀਨ ਦਾ ਮਾਲਕ ਫਲਾਣਾ ਸਿੰਘ ਹੈ, ਤੇ ਇਸ ਤਰ੍ਹਾਂ ਦੇ ਜਿਹੜੇ ਰਾਜਨੀਤਿਕ ਲੋਕ ਨੂੰ ਕਹਿੰਦੇ ਆ ਮਹਿਕਮੇ ਦਾ ਮਾਲਕ ਫਲਾਣਾ, ਤੇ ਜਿਹੜੇ ਬਾਦਸ਼ਾਹ ਲੋਕ ਨੇ ਇੱਥੇ ਜੀ ਇਹ ਸੂਬੇ ਦੇ ਵਿੱਚ ਫਲਾਣਾ ਮੁੱਖ ਮੰਤਰੀ ਹੈ, ਉਹਦਾ ਰਾਜ ਹੈ, ਫਲਾਣੇ ਦੀ ਸਰਕਾਰ ਹੈ, ਉਹਦੇ ਨਾਂ ਦੀ ਸਰਕਾਰ ਨਾਂ ਲੈਂਦੇ ਆ, ਫਲਾਣੇ ਦੇਸ਼ ਦਾ ਫਲਾਣਾ ਪ੍ਰਧਾਨ ਮੰਤਰੀ ਹੈ, ਉਹਦੀ ਸਰਕਾਰ ਹੈ। ਇਹ ਛੋਟੇ ਛੋਟੇ ਮਾਲਕ ਆਪਣੇ ਆਪ ਨੂੰ ਕਹਾਉਂਦੇ ਆ, ਪਰ ਇਹ ਅਸਲ ਦੇ ਵਿੱਚ ਮਾਲਕ ਹੈ। ਤੇ ਤੂੰ ਹੈ ਮਾਲਕ ਸਾਰਿਆਂ ਦਾ। ਜਿੰਨੇ ਜੀਵਨ, ਉਹਨਾਂ ਸਾਰਿਆਂ ਜੀਵਾਂ ਦੇ ਅੰਦਰ ਜੋ ਪ੍ਰਾਣ ਕਲਾ ਚੱਲ ਰਹੀ ਹੈ, ਉਹਨਾਂ ਦਾ ਸਿਰਫ ਇੱਕੋ ਹੀ ਤੂੰ ਮਾਲਕ ਹੈ। ਜਿਹੜੇ ਪ੍ਰਾਣ ਤੇ ਉਹਨਾਂ ਦਾ ਮਾਲਕ ਹੈ। ਤੇਰੀ ਕਿਰਪਾ ਤੋਂ ਬਿਨਾਂ ਇੱਕ ਸਾਹ ਕਿਸੇ ਨੂੰ ਨਾ ਵੱਧ ਨਾ ਘੱਟ ਆ ਨਹੀਂ ਸਕਦਾ। ਤੂੰ ਆਪਣੀ ਕਿਰਪਾ ਦੇ ਖਿਆਨੇ ਵਿੱਚ ਇਹਨਾਂ ਜੀਵਾਂ ਨੂੰ ਪ੍ਰਾਣਾਂ ਦੀ ਦਾਤ ਬਖਸ਼ੀ ਹੋਈ, ਸਵਾਸ ਬਖਸ਼ੀ ਹੋਈ। ਔਰ ਤੂੰ ਐਸਾ ਹੈ, ਜੇ ਤੇਰੇ ਮਨ ਨੂੰ ਭਾ ਜਾਏ, ਪ੍ਰਾਣਾਂ ਨਾਲ ਤਾਂ ਸਾਰਿਆਂ ਨੂੰ ਜਿਉਂਦੇ ਰੱਖਦਾ ਹੈ, ਪਰ ਜੇ ਤੈਨੂੰ ਭਾ ਜਾਏ ਤਾਂ ਪ੍ਰਾਣਾਂ ਤੋਂ ਬਿਨਾਂ ਵੀ ਜਿਉਂਦਾ ਰੱਖ ਲੈ। ਪ੍ਰਭੂ ਭਾਵੈ ਬਿਨ ਸਾਸ ਤੇ ਰੱਖ। ਤੇ ਇਸ ਕਰਕੇ ਤੂੰ ਐਸਾ ਮਾਲਕ ਹੈ, ਐਸਾ ਪਰਮੇਸ਼ਰ ਵਾਹਿਗੁਰੂ ਹੈ ਤੂੰ। ਤੇ ਪ੍ਰਾਣ ਕੀ ਹੈ? ਪ੍ਰਾਣ ਵਾਯੂ ਹੈ, ਹਵਾ ਹੈ। ਤੇ ਸਾਡੇ ਸਰੀਰ ਦੇ ਵਿੱਚ 5 ਪ੍ਰਾਣ ਹਨ ਔਰ 5 ਉਪ ਪ੍ਰਾਣ ਹਨ। ਇਹਨਾਂ ਦੀ ਗਿਣਤੀ 10 ਹੈ। ਇੱਕੋ ਹੀ ਹਵਾ ਦੀ ਗਿਣਤੀ 10 ਕਿਉਂ ਹੋ ਗਈ? ਇਹਦੇ ਜਵਾਬ ਵਿੱਚ ਇਹ ਹੈ ਕਿ ਕਿਰਿਆ ਦਾ ਫਰਕ ਹੈ। ਉਹੀ ਹਵਾ ਇੱਕੋ ਹੀ ਕਿਰਿਆ ਨਹੀਂ ਕਰ ਰਹੀ, ਸਰੀਰ ਦੇ ਵਿੱਚ 10 ਪ੍ਰਕਾਰ ਦੀ ਕਿਰਿਆ ਵੱਖਰੀ ਵੱਖਰੀ ਕਰ ਰਹੀ ਹੈ। ਇੱਕ ਤਾਂ ਕਿਰਿਆ ਜੋ ਉਹਦਾ ਹਵਾ ਦਾ ਕਰਮ ਹੈ, ਉਹਦੇ ਕਰਮ ਨਾਮ ਵਰਣਨ, ਉਹਦੇ ਕਰਮ ਦਾ ਨਾਮ ਉਹਦੇ ਨਾਲ ਨਾਮ ਵਰਣਨ ਕੀਤਾ ਗਿਆ। ਦੂਸਰਾ ਫਿਰ ਇਹਦਾ ਅਸਥਾਨ ਵੀ ਵੱਖਰਾ ਵੱਖਰਾ ਹੈ। ਕਿਰਿਆ ਤਾਂ ਵੱਖਰੀ ਹੈ, ਅਸਥਾਨ ਔਰ ਕਿਰਿਆ ਭੇਦ ਕਰਕੇ ਇੱਕੋ ਹੀ ਹਵਾ ਦੇ 10 ਨਾਮ। ਪ੍ਰਾਣ, ਸਮਾਨ, ਉਪਾਨ, ਉਦਾਨ, ਬਿਆਨ, ਨਾਗ, ਕੂਰਮ, ਕਰਕਲ, ਦੇਵਦੱਤ, ਤਨੀਚਾ। ਤੇ ਇੱਕ ਇੱਕ ਪੌਣ ਇੱਕ ਇੱਕ ਕਿਰਿਆ ਕਰ ਰਹੀ ਹੈ ਤੇ ਉਹਦੇ ਕਰਕੇ ਸਾਡਾ ਸਰੀਰ ਚੱਲ ਰਿਹਾ ਹੈ। ਸਿੱਧੇ ਤੌਰ ਤੇ ਇਹ ਹਵਾ ਹੀ ਹੈ ਨਾ, ਜਦੋਂ ਫੇਫੜਿਆਂ ਦੇ ਵਿੱਚ ਭਰ ਰਹੀ ਹੈ, ਜਦੋਂ ਸਾਹ ਅੰਦਰ ਨੂੰ ਜਾਂਦਾ ਹੈ ਫਿਰ ਉਸ ਤੋਂ ਬਾਅਦ ਬਾਹਰ ਨੂੰ ਆਉਂਦਾ ਹੈ। ਇਹ ਤਾਂ ਪ੍ਰਤੱਖ ਰੂਪ 'ਚ ਦਿਸ ਰਹੀ ਹੈ ਨਾ ਕਿ ਹਵਾ ਆ ਰਹੀ ਹੈ, ਹਵਾ ਜਾ ਰਹੀ ਹੈ। ਇਸ ਦਾ ਸਥਾਨ ਨਾਭੀ ਵਿੱਚ ਹੈ।
ਇਹਨੂੰ ਪ੍ਰਾਣ ਕਿਹਾ ਜਾਂਦਾ ਹੈ। ਇਹ ਸਵਾਸ ਦੇ ਆਉਣ ਜਾਣ ਦੀ ਕਿਰਿਆ ਇਹ ਹਵਾ ਕਰ ਰਹੀ ਹੈ। ਕਿਤੇ ਕਿਤੇ ਇਹੀ ਹਵਾ ਜਿਹੜੀ ਹੈ ਖਾਧੇ ਪੀਤੇ ਨੂੰ ਹਜ਼ਮ ਕਰਨ ਦੇ ਵਿੱਚ ਸਹਾਇਤਾ ਕਰ ਰਹੀ ਹੈ। ਕਿਤੇ ਖਾਧੇ ਪੀਤੇ ਦਾ ਰਸ ਧਾਤੂ ਬਣਾ ਕੇ ਸਰੀਰ ਦੇ ਅੰਦਰ ਸਾਰੀ ਜਗ੍ਹਾ ਪਹੁੰਚਾ ਰਹੀ ਹੈ, ਜਿੱਥੇ ਜਿੱਥੇ ਜੇ ਸਰੀਰ ਦੀ ਲੋੜ ਹੈ। ਖੂਨ ਜੋ ਵੀ ਚੱਲ ਰਿਹਾ ਹੈ ਇਹ ਵੀ ਵਾਯੂ ਕਰਕੇ, ਹਵਾ ਕਰਕੇ ਸਰੀਰ ਦੇ ਵਿੱਚ ਖੂਨ ਘੁੰਮ ਰਿਹਾ, ਨਹੀਂ ਘੁੰਮ ਨਹੀਂ ਸਕਦਾ ਹਵਾ ਤੋਂ ਬਿਨਾਂ। ਤੇ ਕਿਤੇ ਖਾਧੇ ਪੀਤੇ ਦਾ ਜਿਹੜਾ ਫੋਕਟ ਹੈ ਉਹਨੂੰ ਮਲ ਮੂਤਰ ਦੇ ਰੂਪ ਦੇ ਅੰਦਰ ਬਾਹਰ ਫੈਂਕ ਰਹੀ ਹੈ। ਕਿਤੇ ਆਵਾਸੀ ਰੂਪ ਦੇ ਅੰਦਰ ਹੈ, ਕਿਤੇ ਅੱਖਾਂ ਦੇ ਝਮਕਣ ਰੂਪ ਦੇ ਅੰਦਰ ਹੈ, ਕਿਤੇ ਅੰਗੜਾਈ ਰੂਪ ਦੇ ਅੰਦਰ ਹੈ, ਕਿਤੇ ਧਾਵਨ ਰੂਪ ਦੇ ਅੰਦਰ ਹੈ। ਇਹ ਸਾਰੀਆਂ 10 ਕਿਸਮ ਦੀ ਮੁੱਕਦੀ ਗੱਲ ਕਿ 10 ਕਿਰਿਆ ਵੱਖਰੀਆਂ ਵੱਖਰੀਆਂ ਹੋਣ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਹੈ ਪ੍ਰਾਣ। ਇਹਨਾਂ 10 ਕਿਸਮ ਦੀ ਜਿਹੜੀ ਪੌਣ ਜਿਹਦੇ ਕਰਕੇ ਸਰੀਰ ਚੱਲ ਰਿਹਾ ਹੈ, ਇਹਦਾ ਨਾਥ ਹੈ ਤੂੰ ਨਾ ਹੋਵੇਂ। ਇਹ ਨੌਕਰ ਨਹੀਂ ਕਿਸੇ ਦੇ ਕੰਮ, ਕਿਸੇ ਹੋਰ ਦੇ ਸੂਤ ਕਰਨ ਦੇ ਨਹੀਂ ਹੈ। ਔਰ ਫਿਰ ਸਾਰੇ ਸਰੀਰ ਵੱਖਰੇ ਵੱਖਰੇ, ਸਾਰਿਆਂ ਦੀ ਕਿਰਿਆ ਚਲਾਉਣੀ। ਤੇ ਫਿਰ 84 ਲੱਖ ਜੋਨ ਹੈ। 84 ਲੱਖ ਜੋਨ ਦੇ ਵੱਖਰੇ ਵੱਖਰੇ ਉਹਨਾਂ ਦੇ ਖਾਣੇ ਨੇ, ਵੱਖਰੇ ਵੱਖਰੇ ਉਹਨਾਂ ਦਾ ਰਹਿਣ ਸਹਿਣ ਹੈ। ਤੇ ਸਾਰਿਆਂ ਨੂੰ ਜਿਉਂਦੇ ਰੱਖਣ ਵਾਸਤੇ ਕਿੰਨੇ ਤਰੀਕੇ ਵਰਤੇ ਨੇ ਇਹ ਵਾਹਿਗੁਰੂ। ਹਰ ਰਚਨਾ ਤੇਰੀ ਕਿਆ ਗਤ ਮੇਰੀ, ਤੇਰੀ ਰਚਨਾ ਨੂੰ ਤੇਰੀ ਗਤ ਮਿਤ ਤੂੰ ਹੈ ਕਿਆ, ਜਾਣ ਨਹੀਂ ਸਕਦਾ ਹੋਰ ਕੋਈ ਜਾਣਦਾ ਜੇ ਉਪਰਾਲਾ ਵੀ ਕਰੇ, ਜੇ ਉਹ ਜਾਣਨਾ ਚਾਹੇ ਵੀ ਤਾਂ ਉਹਦੀ ਮੂਰਖਤਾ ਹੀ ਸਿੱਧ ਹੋਏਗੀ, ਤੂੰ ਜਾਣਿਆ ਨਹੀਂ ਜਾਏਗਾ। ਇਸ ਕਰਕੇ हे ਦਾਤਾ ਜੀ ਤੂੰ ਪ੍ਰਾਣਾਂ ਦਾ ਮਾਲਕ ਹੈ। हे ਪ੍ਰਾਣਨਾਥ, हे ਪ੍ਰਾਣਾਂ ਦੇ ਨਾਥ ਸੁਆਮੀ ਗੋਬਿੰਦ ਹੈ। ਗੋ ਬੇਦਾਂ ਕਰਕੇ ਬਿੰਦ ਜਾਣਨ ਯੋਗ। ਗੋ ਬਾਣੀ ਦਾ ਨਾਮ ਵੀ ਹੈ, ਬਾਣੀ ਕਰਕੇ ਜੋ ਸਤਿਗੁਰਾਂ ਦੀ ਬਾਣੀ ਹੈ ਜਾਣਨ ਯੋਗ। ਗੁਰਮਤਿ ਅਨੁਸਾਰੇ ਅਰਥ ਹੈ। ਤੇ ਐਸਾ ਜੋ ਬਾਣੀ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਹੈ, ਜੋ ਮਨੁੱਖ ਬੋਲ ਰਿਹਾ ਹੈ, ਤੇ ਇਸ ਕਰਕੇ ਤੇਰਾ ਨਾਮ ਗੋਬਿੰਦ ਹੈ। ਤੇ ਐਸਾ ਜੋ ਪਰਮੇਸ਼ਰ ਤੋਂ ਇਹ ਉਹਦੇ ਪਰਮੇਸ਼ਰ ਦੇ ਕੀਰਤਨ ਨਾਮਾਂ ਦੇ ਵਿੱਚੋਂ ਹੈ। ਜਿਹੜੀ ਜਿਹੜੀ ਕਿਰਤ ਜੈਸੀ ਜੈਸੀ ਕਰ ਰਿਹਾ ਹੈ, ਵੈਸਾ ਵੈਸਾ ਪਰਮਾਤਮਾ ਦਾ ਨਾਮ ਜਿਹੜੇ ਭਗਤ ਦੀ ਦ੍ਰਿਸ਼ਟੀ ਵਿੱਚ ਆ ਗਿਆ, ਤੂੰ ਆ ਵੀ ਕਰਦਾ, ਤੂੰ ਆ ਵੀ ਕਰਦਾ, ਤੂੰ ਆ ਵੀ ਕਰਦਾ, ਉਹਦੇ ਨਾਮ ਬਣੇ ਗਏ। ਪਰ ਸਤਨਾਮ ਤੇਰਾ ਪ੍ਰਭੂ ਇਹ ਪ੍ਰਭੂ ਕੀਰਤਨ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪ੍ਰਭੂ। हे ਪ੍ਰਾਣਨਾਥ ਗੋਬਿੰਦ ਹੈ, ਹਰੀ ਲਾਲ ਕ੍ਰਿਸ਼ਨ ਲਾਲ ਇਉਂ ਬੇਨਤੀ ਕਰੋ, हे ਪ੍ਰਾਣਾ ਦੇ ਨਾਥ ਸੁਆਮੀ। ਗੋ ਵੇਦਾਂ ਕਰਕੇ ਬਿੰਦ ਜਾਣਨੇ ਜੋ, ਗੋ ਬਾਣੀ ਕਰਕੇ ਬਿੰਦ ਜਾਣਨੇ ਜੋ, ਜੋ ਗੋ ਬਾਣੀ ਦੇ ਅੰਦਰ ਵਿਦ ਪ੍ਰਕਾਸ਼ ਕਰਨ ਰੂਪ ਆਪ ਕਿਰਪਾ ਕਰੋ। हे ਪ੍ਰਾਣਨਾਥ ਗੋਬਿੰਦ ਹੈ। ਹਾਂਜੀ ਬੋਲੋ। ਕਿਰਪਾ ਨਿਧਾਨ ਜਗਤ ਗੁਰੂ। ਤੇ ਤੁਸੀਂ ਕਿਰਪਾ ਦੇ ਨਿਧਾਨ ਕੀਏ ਖਜ਼ਾਨੇ ਹੋ। ਨਿਧਾਨ ਨਾਮ ਖਜ਼ਾਨੇ ਦਾ ਵੀ ਹੁੰਦਾ ਹੈ। ਤੁਸੀਂ ਕਿਰਪਾ ਦੇ ਖਜ਼ਾਨੇ ਹੋ। ਕਿੰਨੀ ਕਿਰਪਾ ਤੁਹਾਡੇ ਕੋਲ ਇਹਦਾ ਕੋਈ ਅੰਦਾਜ਼ਾ ਨਹੀਂ। ਕਿਰਪਾ ਦੇ ਸਮੁੰਦਰ ਹੀ ਹੋ ਤੁਸੀਂ। ਤੇ ਇਸ ਕਰਕੇ हे ਕਿਰਪਾ ਨਿਧਾਨ ਜਗਤ ਗੁਰੂ, ਤੁਸੀਂ ਜਗਤ ਕਹੀਏ ਸੰਸਾਰ ਦੇ ਜਿੰਨੇ ਵੀ ਇਤਰ ਜੀਵ ਹਨ, ਉਹਨਾਂ ਦਾ ਗੁਰੂ ਆਪ ਹੀ ਹੋ। ਤੁਸੀਂ ਜਗਤ ਗੁਰੂ। ਤੇ ਜਗ ਦੇ ਗੁਰੂ ਕੀ ਇਹ ਪੂਜਨੀ। ਗੁਰੂ ਦੇ ਬਹੁਤ ਸਾਰੇ ਅਰਥ ਨੇ। ਗ੍ਰੀ ਧਾਤੂ ਹੈ ਇਸ ਦੀ ਸੰਸਕ੍ਰਿਤ ਵਿੱਚ, ਤੇ ਉਹਨਾਂ ਧਾਤੂਆਂ ਦੇ ਵਿੱਚੋਂ ਅੱਗੇ ਉਹ ਜਿਹੜੇ ਸ਼ਬਦ ਨੇ ਉਹਨਾਂ ਦਾ ਬਹੁਤ ਹੀ ਬਰੀਕੀ ਦੇ ਵਿੱਚ ਚਲੀ ਜਾਂਦੀ ਹੈ ਬਾਤ। ਕਿਹੜਾ ਸ਼ਬਦ ਕਿਸ ਧਾਤੂ ਤੋਂ ਬਣਿਆ ਹੋਇਆ ਹੈ। ਜਿਵੇਂ ਗ੍ਰੀ ਧਾਤੂ ਤੋਂ ਗੁਰੂ ਬਣਿਆ ਹੋਇਆ,
ਤੇ ਇਹਦੇ ਜਿਹੜੇ ਧਾਤੂ ਦੇ ਵਿੱਚ ਗਰੀ ਇਹਦੀ ਧਾਤੂ ਹੈ, ਜਿਹੜੇ ਅਰਥ ਸੰਸਕ੍ਰਿਤ ਦੇ ਐਸੇ ਧਾਤੂ ਨੇ ਜਿਹੜੇ ਉਹਦੇ ਵਿੱਚ ਅਰਥ ਨੇ, ਤੇ ਉਹੀ ਅਰਥ ਗੁਰੂ ਸ਼ਬਦ ਤਬਦੀਲ ਹੋ ਕੇ ਜਦੋਂ ਗਰੀ ਤੋਂ ਗੁਰੂ ਬਣਿਆ, ਅਰਥ ਉਹੀ ਨਾਲੇ ਰਹਿ ਗਿਆ, ਅਰਥ ਇਹ ਨਹੀਂ ਵੀ ਉੱਤੇ ਰਹਿ ਗਏ ਪਿੱਛੇ। ਤੇ ਉਹ ਜਿਹੜੇ ਅਰਥ ਹਨ, ਗਰੀ ਦਾ ਅਰਥ ਕੀ ਹੈ? ਗਰੀ ਦੇ ਦੋ ਅਰਥ। ਗਰੀ ਦਾ ਇੱਕ ਅਰਥ ਹੈ ਨਿਗਲ ਜਾਣਾ, ਖਾ ਜਾਣਾ, ਅਭਾਵ ਕਰ ਦੇਣਾ। ਦੂਸਰਾ ਗਰੀ ਦਾ ਅਰਥ ਹੈ ਦੇ ਦੇਣ ਦੀ ਕਿਰਿਆ ਉਹਦੇ ਵਿੱਚ। ਤੇ ਇਹ ਦੋਨੇ ਜਿਵੇਂ ਸੂਰਜ ਚੜ੍ਹਨ ਵੇਲੇ ਦੋ ਚੀਜ਼ਾਂ ਸਮਝ ਵਿੱਚ ਆਉਂਦੀਆਂ ਕਿ ਸੂਰਜ ਜਦੋਂ ਚੜ੍ਹਦਾ ਹੈ ਅੰਧੇਰੇ ਨੂੰ ਨਿਗਲ ਜਾਂਦਾ ਹੈ, ਖਾ ਜਾਂਦਾ ਹੈ, ਅਭਾਵ ਕਰ ਦਿੰਦਾ ਹੈ, ਤੇ ਦਿੰਦਾ ਹੈ ਆਪਣੀਆਂ ਕਿਰਨਾਂ। ਤੇ ਇਸੇ ਤਰ੍ਹਾਂ ਸਮਝਾਉਣ ਦੀ ਕਿਰਿਆ, ਯਾਨੀ ਗਿਆਨ ਦੇ ਸਮਝਾਉਣ ਦੀ ਕਿਰਿਆ ਜਿਹਦੇ ਵਿੱਚ ਹੈ, ਤੇ ਅੰਧਕਾਰ ਨੂੰ, ਗੋ ਨਾਮ ਅੰਧਕਾਰ ਦਾ ਹੈ, ਅੰਧਕਾਰ ਨੂੰ ਨਿਗਲ ਜਾਣ ਦੀ ਸਮਰੱਥਾ ਹੋਵੇ। ਰੂਹ ਨਾਮ ਪ੍ਰਕਾਸ਼ ਦਾ ਹੈ, ਤੇ ਜਿਹਦੇ ਵਿੱਚ ਪ੍ਰਕਾਸ਼ ਦੀ ਸ਼ਕਤੀ ਹੋਵੇ, ਅੰਧੇਰੇ ਨੂੰ ਨਿਗਲ ਜਾਣ ਦੀ ਸ਼ਕਤੀ ਹੋਵੇ, ਉਹਨੂੰ ਗਰੀ ਧਾਤੂ ਤੋਂ ਬਣਿਆ ਗੁਰੂ ਕਹਿ ਜਾਂਦਾ ਹੈ। ਇਹ ਸ਼ਕਤੀ ਕੇਵਲ ਨਿਰੰਕਾਰ ਜੀ ਤੁਹਾਡੇ ਵਿੱਚ ਹੈ। ਪ੍ਰਾਣਾਂ ਦੇ ਨਾਥ ਸੁਆਮੀ ਹੋ, ਉੱਥੇ ਹੀ ਪਰਮੇਸ਼ਰ ਤੇਰੇ ਵਿੱਚ ਇਹ ਵੀ ਸਮਰੱਥਾ ਹੈ ਕਿ ਤੁਸੀਂ ਜਗਤ ਦੇ ਗੁਰੂ ਹੋ, ਤੁਸੀਂ ਪੂਜਨੀਕ ਹੋ। ਤੇ ਇਸ ਕਰਕੇ ਗਿਰਨਾ ਪਹਾੜ ਦਾ ਹੁੰਦਾ ਹੈ, ਪਹਾੜ ਤੋਂ ਅਚਲਤਾ ਲੈਣੀ। ਤੁਹਾਡੇ ਵਿੱਚ ਅਚਲਤਾ ਦਾ ਗੁਣ ਵੀ ਹੈ। ਸਭ ਕੁਝ ਚਲਾਏਵਾਨ ਹੈ ਤੇ ਤੋਂ ਬਿਨਾਂ, ਨਿਰਜਲ ਏਕ ਖੁਦਾ ਹੈ, ਬਸ ਤੂੰ ਹੀ ਅਚਲ ਹੈ। ਅਚਲ ਮੂਰਤ ਅਨੁਭਵ ਪ੍ਰਕਾਸ਼, ਬਾਕੀ ਸਭ ਕੁਝ ਗਤੀਸ਼ੀਲ ਚੱਲ ਰਿਹਾ ਸਭ ਕੁਝ। ਜੇ ਅਚਲ ਕੋਈ ਹੈ ਤਾਂ ਤੂੰ, ਬਾਕੀ ਸਾਰਾ ਚਲਾਏਵਾਨ। ਸੰਸਾਰ ਚਲਾਏਵਾਨ, ਤੂੰ ਅਚਲ ਹੈ। ਤੋ ਇਸ ਕਰਕੇ हे ਪਰਮੇਸ਼ਰ ਜੀ, ਇਹ ਬੇਨਤੀ ਤੇਰੇ ਚਰਨਾਂ ਵਿੱਚ ਹੈ ਤੇ ਤੁਸੀਂ ਐਸੇ ਹੋ, ਜਗਤ ਦੇ ਗੁਰੂ ਵੀ ਹੋ, ਤੇ ਜਗਤ ਗੁਰੂ ਤੇ ਬੋਲੇ ਜਗਤ ਵਾਲੇ। ਕਿਰਪਾ ਨਿਧਾਨ ਜਗਤ ਗੁਰੂ, ਇਹ ਕਿਰਪਾ ਦੇ ਨਿਧਾਨ ਖਜ਼ਾਨੇ ਜਗਤ ਦੇ ਗੁਰੂ, ਤੇਰੇ ਚਰਨਾਂ ਜਿਕ ਜੋਦਰੀ ਹੈ। ਕਿਰਪਾ ਕਰੋ ਮੇਰੇ ਤੇ। ਇਹ ਜਿਹੜੇ ਪੰਜੇ ਹਨ ਦੁਸ਼ਮਣ ਮੇਰੇ, ਤੇ ਇਹ ਮੇਰੇ ਵਸ ਵਿੱਚ ਤਾਂ ਆਉਣ ਵਾਲੇ ਹੈ ਨਹੀਂ। ਇਹ ਪੰਜਨ ਮੇਰੇ ਮਨ ਜੋ ਵਿਗਾੜ, ਮੇਰੇ ਤਾਂ ਮਨ ਨੂੰ ਵਿਗਾੜਨ ਵਾਲੇ ਦੁਸ਼ਮਣ ਨੇ। ਪਲ ਪਲ ਹਰ ਜੀ ਤੇ ਅੰਤਰ ਪਾ ਰਹੇ ਹੋ। ਇੱਕ ਪਲ ਪਲ ਸਮੇਂ ਦੇ ਵਿੱਚ, ਪਲ ਕਿੰਨਾ ਕੁ ਹੁੰਦਾ, ਉਨੇ ਸਮੇਂ ਦੇ ਵਿੱਚ ਵੀ ਅੰਤਰ, ਭੇਦ, ਫਰਕ, ਰੱਬ ਨਾਲੋਂ ਫਰਕ ਪਾਉਣ ਵਾਲੀਆਂ ਚੌਕੀਆਂ ਪੰਜੇ। ਬਸ ਮੈਂ ਇੱਕੋ ਹੀ ਉਪਾਅ ਸੋਚਿਆ ਹੈ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਬੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰ ਦੀ। ਪ੍ਰਸਾਦ ਨਾਲ ਕਿਰਪਾ ਹੈ। ਜੋ ਕੁਛ ਪ੍ਰਸਾਦ ਨਾਲ ਹੋਏਗਾ, ਯਾਨੀ ਕਿਰਪਾ ਨਾਲ ਹੋਏਗਾ, ਆਪਣੀ ਕਮਾਈ ਨਾਲ ਨਹੀਂ ਹੁੰਦਾ। ਉਹ ਇਤਿਹਾਸ ਵਿੱਚ ਜ਼ਿਕਰ ਹੈ ਕਿ ਗਰੀਬ ਨਵਾਜ ਗੁਰੂ ਅਰਜਨ ਦੇਵ ਜੀ, ਜਿੱਥੇ ਆਪ ਜੀ ਨੇ 5 ਸਰੋਵਰਾਂ ਦੀ ਸੇਵਾ ਕਰਾਈ ਹੈ, ਉਹਨਾਂ 'ਚ ਇੱਕ ਸੰਤੋਖ ਸਰ ਨਾਮ ਦਾ ਸਰੋਵਰ ਹੈ। ਮਹਾਰਾਜ ਸਾਹਿਬ ਜੀ ਉੱਤੇ ਸੰਤੋਖ ਸਰ ਦੀ ਸੇਵਾ ਖੁਦਵਾਈ ਸ਼ੁਰੂ ਕੀਤੀ, ਤੇ ਸਿੱਖਾਂ ਦੀਆਂ ਕਈਆਂ ਜਿਹੜੀਆਂ ਸੀ ਟੁੱਟਣ ਵਾਲੇ ਸ਼ਸਤਰ ਜਿਹੜੇ ਸੀ, ਉਹ ਪਥਰੀਲੀ ਜ਼ਮੀਨ ਆ ਗਈ ਤੇ ਪੱਥਰ ਹੈ। ਆਲੇ ਦੁਆਲੇ ਜ਼ਮੀਨ ਪੋਲੀ ਕਹਿਣ ਲੱਗੇ ਗਰੀਬ ਨਵਾਜ, ਕੁਛ ਪਥਰੀਲੀ ਜਗ੍ਹਾ ਆ ਗਈ, ਪੱਥਰ ਲੱਗਦਾ ਹੈ। ਮਹਾਰਾਜ ਕਹਿੰਦੇ ਪੱਥਰ ਨਹੀਂ ਹੈ, ਮੱਠ ਹੈ। ਤੇ ਇਸ ਨੂੰ ਧਿਆਨ ਦੇ ਨਾਲ ਆਲੇ ਦੁਆਲੇ ਤੋਂ ਜ਼ਮੀਨ ਖੋਦਦੇ ਜਾਓ ਤੇ ਮੱਠ ਨੂੰ ਨੰਗਾ ਕਰਦੇ ਜਾਓ। ਬਾਬਾ ਬੁੱਢਾ ਸਾਹਿਬ, ਇਹ ਤੁਹਾਡੀ ਜ਼ਿੰਮੇਵਾਰੀ ਹੈ, ਤੇ ਖਣਵਾਈ ਕਰਨ ਵਾਲਿਆਂ ਨੂੰ ਸਿਰ ਤੇ ਖੜ ਕੇ ਧਿਆਨ ਨਾਲ ਕਰੋ। ਇਹ ਬਹੁਤ ਇੱਕ ਬੜਾ ਜ਼ਰੂਰੀ ਕੰਮ ਹੈ ਜਿਹੜਾ ਅਸੀਂ ਤੁਹਾਨੂੰ ਸੌਂਪਣ ਲੱਗੇ ਹਾਂ। ਇਹ ਮੱਠ ਕੱਲਾ ਮੱਠ ਹੀ ਨਹੀਂ, ਇਹਦੇ ਵਿੱਚ ਇੱਕ ਯੋਗੀ ਵੀ ਬੈਠਾ ਹੋਇਆ, ਪੁਰਾਣੇ ਯੁੱਗਾਂ ਦਾ ਬੈਠਾ।
ਇਸ ਕਰਕੇ ਸੰਭਾਲੋ। ਤੇ ਜਿਸ ਵੇਲੇ ਉਹ ਖਦਵਾਈ ਹੋ ਗਈ ਤਾਂ ਉਹੀ ਬਾਤ ਹੋਈ, ਇੱਕ ਪੱਥਰ ਦੀ ਖਿੜਕੀ ਲੱਗੀ ਹੋਈ, ਪੱਥਰ ਦੀ ਉਹ ਸਿਲਾ ਉੱਡੀ। ਮਹਾਰਾਜ ਪੱਥਰ ਦੀ ਸਿਲਾ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਰੂਹ ਲੈ ਕੇ ਆਓ ਤੇ ਪੱਥਰ ਦੀ ਸਿਲਾ ਬਾਅਦ ਚ ਹਟਾਇਓ। ਤੇ ਪੱਥਰ ਦੀ ਸਿਲਾ ਹਟਾਉਂਦਿਆਂ ਤਾਂ ਰੂਹ ਦੇ ਵਿੱਚ ਇਹਨੂੰ ਲਪੇਟਣਾ ਪਹਿਲਾਂ, ਕਿਉਂਕਿ ਬਾਹਰ ਦਾ ਤਾਪਮਾਨ ਹੋ ਰਿਹਾ ਹੈ। ਇਹ ਜ਼ਮੀਨ ਦੇ ਵਿੱਚ ਸੀ ਤੇ ਸਰੀਰ ਜਿਹੜਾ ਹੈ ਕਿਸੇ ਪ੍ਰਕਾਰ ਇਹਨੂੰ ਕੋਈ ਰੋਗ ਨਾ ਲੱਗ ਜਾਏ, ਕਿਉਂਕਿ ਬਹੁਤ ਪੁਰਾਣਾ ਸਰੀਰ ਹੈ। ਸਤਿਯੁਗ ਤ੍ਰੇਤੇ ਯੁੱਗ ਦਾ ਬੈਠਾ, ਕਿਹੜਾ ਅੱਜ ਦਾ ਬੈਠਾ ਵਿਚਾਰਾ। ਤੇ ਇਸ ਕਰਕੇ ਇਹਨੂੰ ਧਿਆਨ ਦੇ ਨਾਲ ਬਾਹਰ ਕੱਢਣਾ। ਖਿੜਕੀ ਜਦੋਂ ਪੱਥਰ ਦੀ ਅਲੱਗ ਕੀਤੀ ਤਾਂ ਅੰਦਰ ਯੋਗੀ ਬੈਠਾ ਨਜ਼ਰ ਆਇਆ ਤੇ ਬਹੁਤ ਪੁਰਾਣੇ ਸਮੇਂ ਦਾ ਡੀਲ ਡੌਲ ਵੀ ਬਹੁਤ ਵੱਡੀ ਉਹਦੀ। ਉਹਨੂੰ ਰੂਪ 'ਚ ਲਪੇਟਿਆ, 10 ਦੁਆਰ ਉਹਦੇ ਪ੍ਰਾਣ ਚੜੇ ਹੋਏ ਆ, ਪ੍ਰਾਣਾਂ ਦੀ ਗਤੀ ਤੇ ਚੱਲ ਨਹੀਂ ਰਹੀ। ਮਹਾਰਾਜ ਸਾਹਿਬ ਨੇ ਫਿਰ ਕਸਤੂਰੀ ਤੇ ਮੱਖਣ ਮੰਗਾ ਕੇ ਉਹਦੇ ਸਰੀਰ ਨੂੰ ਮਲਵਾਇਆ ਸਿੱਖਾਂ ਦੇ ਕੋਲੋਂ, ਤੇ ਨਾਲ ਫਿਰ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ, ਆਪਣੀ ਸ਼ਕਤੀ ਦੇ ਨਾਲ ਉਹਦੇ ਪ੍ਰਾਣਾਂ ਨੂੰ 10 ਦੁਆਰ ਤੋਂ ਹੇਠਾਂ ਉਤਾਰ ਲਿਆ। ਗੁਰੂ ਦੀ ਸਮਰੱਥਾ ਹੈ। ਤੇ ਉਹਨੇ ਜਦੋਂ ਫਿਰ ਪ੍ਰਾਣ ਵਾਯੂ ਚੱਲ ਪਈ ਤੇ ਸਾਰੇ ਇੰਦਰੀ ਥੋੜੇ ਥੋੜੇ ਹਰਕਤ ਵਿੱਚ ਆਉਣ ਲੱਗ ਪਏ। ਦਿਲ ਦੀ ਧੜਕਣ ਦੇ ਨਾਲ ਹੀ ਖੂਨ ਦਾ ਖੜਾ ਸਰਕਲ ਚੱਲ ਪਿਆ ਤੇ ਫਿਰ ਜੀਭ ਹਿੱਲਣ ਲੱਗੀ, ਥੋੜੀਆਂ ਥੋੜੀਆਂ ਅੱਖਾਂ ਚਮਕਦਾ ਹੈ ਤੇ ਆਪਣੇ ਉਹ ਧੀਮੀ ਜੀ ਆਵਾਜ਼ ਦੇ ਵਿੱਚ ਬੋਲਦਾ ਹੈ। ਬਾਬਾ ਬੁੱਢਾ ਸਾਹਿਬ ਵੀ ਬਹੁਤ ਨੇੜੇ ਹੋ ਕੇ ਕੰਨ ਲਾ ਕੇ ਸੁਣਦੇ ਆ, ਸਮਝ ਨਹੀਂ ਆਉਂਦੀ ਕੀ ਕਹਿ ਰਿਹਾ। ਉਹ ਹੌਲੀ ਦੇ ਕੇ ਬੋਲਦਾ ਹੈ ਤੇ ਕਹਿੰਦਾ ਵੀ ਯੁੱਗ ਕਿਹੜਾ ਹੈ? ਕਹਿੰਦੇ ਜੀ ਕਲਯੁਗ ਦਾ ਸਮਾਂ। ਕਹਿੰਦਾ ਉਹ ਇੰਨਾ ਸਮਾਂ ਲੰਘ ਗਿਆ ਮੈਨੂੰ, ਮੈਂ ਤ੍ਰੇਤੇ ਯੁੱਗ ਦਾ ਬੈਠਾ, ਦੁਆਪਰ ਲੰਘ ਗਿਆ ਸਾਰਾ। ਕਹਿਣ ਲੱਗੇ ਅੱਛਾ ਬਈ, ਜਿਉਂ-ਜਿਉਂ ਉਹ ਬੋਲਦਾ ਤੇ ਗੁਰੂ ਦੀ ਕਿਰਪਾ ਵੀ ਸੀ ਨਾਲ, ਤੇ ਤਿਉਂ-ਤਿਉਂ ਸਰੀਰ ਦੇ ਵਿੱਚ ਪ੍ਰਾਣ ਵਾਯੂ ਜੋ ਕੰਮ ਕਰ ਰਹੀ ਹੈ, ਸ਼ਕਤੀ ਆ ਰਹੀ ਹੈ, ਕੁਝ ਰੂਹਾਨੀ ਸ਼ਕਤੀ ਤਾਂ ਹੈ ਹੀ ਸੀ ਉਹਦੇ ਕੋਲ। ਜਿਉਂ-ਜਿਉਂ ਬੋਲਣ ਦਾ ਬਲ ਆਇਆ ਤੇ ਫਿਰ ਉਹ ਥੋੜੀ ਜਿਹੀ ਆਵਾਜ਼ ਉੱਚੇ ਹੋਰਾਂ ਨੂੰ ਵੀ ਸੁਣ ਲੱਗ ਪਈ। ਕਹਿਣ ਲੱਗੇ ਵੀ ਕਲਯੁਗ ਦੇ ਤਾਂ ਗੁਰੂ ਨਾਨਕ ਸਾਹਿਬ ਨੇ ਆਉਣਾ ਸੀ। ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿੱਚ ਆਵੇ। ਕਹਿੰਦੇ ਫਿਰ ਉਹਨਾਂ ਦੇ ਗੱਦੀ ਨਸ਼ੀਨ ਜਦੋਂ ਦੱਸਿਆ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਜੀ ਉਹ ਤਾਂ ਸੰਸਾਰ ਤੋਂ ਆਪਣੀ ਖੇਡ ਸਮਾਪਤ ਕਰ ਗਏ। ਕਹਿੰਦੇ ਫਿਰ ਉਹਨਾਂ ਦੀ ਗੁਰਤਾਗਤ ਦੀ ਪੀੜ੍ਹੀ ਚੱਲਣੀ ਸੀ। ਕਹਿੰਦੇ ਚੱਲ ਰਹੀ ਹੈ। ਕਹਿੰਦੇ 5ਵੇਂ ਥਾਂ ਤੇ ਗੁਰੂ ਅਰਜਨ ਦੇਵ ਜੀ ਨੇ ਹੋਣਾ ਸੀ। ਯੋਗੀ ਕਹਿੰਦਾ ਉਹ ਕਹਿੰਦੇ ਮਹਾਰਾਜ ਬੈਠੇ ਨੇ 5ਵੇਂ ਪਾਤਸ਼ਾਹ, ਇਹ ਉਹਨਾਂ ਦੀ ਕਿਰਪਾ ਦੇ ਨਾਲ ਤਾਂ ਤੁਸੀਂ ਲੱਭੇ ਉੱਥੇ ਸਨ। ਕਹਿੰਦਾ ਵੀ ਮੈਨੂੰ ਉਹਨਾਂ ਦੇ ਚਰਨੀ ਪਾ ਦੇ। ਮਹਾਰਾਜ ਸਾਹਿਬ ਦੇ ਚਰਨੀ ਪਿਆ, ਜੋਦਨੀਆਂ ਕੀਤੀਆਂ। ਮਹਾਰਾਜ ਮੈਨੂੰ ਪੁਰਾਣਾ ਜਾਪ ਸਿਖਲਾਉਣ ਵਾਲੇ, ਮੈਂ ਆਪਣੇ ਗੁਰੂ ਨੂੰ ਪੁੱਛਿਆ ਸੀ ਕਿ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਮੈਨੂੰ ਮੁਕਤੀ ਚਾਹੀਦੀ ਹੈ। ਕਹਿੰਦੇ ਤੇਰੀ ਮੁਕਤੀ ਦਾਤਾ ਕਲਯੁਗ ਦੇ ਵਿੱਚ ਆਉਣਗੇ। ਉਹਨਾਂ ਨੇ ਮੈਨੂੰ ਦੱਸਿਆ ਸੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਦੁਬਾਰੇ ਮੈਂ ਗਰਭ ਵਿੱਚ ਨਹੀਂ ਆਉਣਾ ਚਾਹੁੰਦਾ। ਉਹ ਕਹਿੰਦੇ ਸਿੱਧੀ ਦੇ ਬਲ ਦੇ ਨਾਲ ਤੇਰਾ ਸਰੀਰ ਬਣਿਆ ਰਹੇਗਾ। ਇਸ ਮਠ ਦੇ ਵਿੱਚ ਬਹਿ ਜਾ, ਤੈਨੂੰ ਆਪ ਹੀ ਕੱਢ ਲੈਣਗੇ ਮਠ ਦੇ ਵਿੱਚ। ਹੋਏਗਾ ਦਇਆਲ ਤਾਂ ਦੇਗਾ ਬੁਲਾ ਕੇ, ਦਰਸ਼ਨ ਵੀ ਤੈਨੂੰ ਬੁਲਾ ਕੇ ਆਪ ਹੀ ਦੇਗਾ, ਕਿਹੜੀ ਵਰਤ ਰਹੇਗੀ। ਫਿਰ ਮਹਾਰਾਜ ਸਾਹਿਬ ਨੇ ਉਹ ਯੋਗੀ ਪ੍ਰਤੀ ਬਾਜੀਗਰ ਜੈਸੇ ਬਾਜੀਗਾ ਬਾਈ ਦਾ ਸ਼ਬਦ ਉਚਾਰਨ ਕੀਤਾ, ਨਾਨਾ ਰੂਪ ਵੇਖ ਦਿਖਲਾਈ। ਇਹਦੇ ਵਿੱਚ ਸਾਰਾ ਵਿਧਾਨ ਦਾ ਪ੍ਰਕਰਨ ਹੈ। ਮਹਾਰਾਜ ਸਾਹਿਬ ਨੇ ਉੱਥੇ ਜਿਹੜੀ ਮੈਂ ਗੱਲ ਇਸ ਵਿਆਖਿਆ ਦੇ ਨਾਲ ਮਿਲਦੀ ਆਪ ਜੀ ਨੂੰ ਬੇਨਤੀ ਕਰਨ ਲੱਗਾ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹੈ ਕਿ ਯੋਗੀ ਵਿਦਵਾਨ ਵੀ ਸੀ, ਜੋਗੀ ਸਾਧਕ ਵੀ ਬਹੁਤ ਸਿਰੇ ਦਾ, ਜਿਹਨੇ ਸਾਧਨਾ ਕਰਕੇ 10 ਦੁਆਰ ਪ੍ਰਾਣ ਚਲਾਉਣ ਦੀ ਪ੍ਰਕਿਰਿਆ ਯੁੱਗਾਂ ਤੱਕ ਸਰੀਰ ਨੂੰ ਰੱਖਣ ਦੀ ਸਮਰੱਥਾ ਹੈ। ਅਰਬਰ ਤੱਕ ਦੇਖ ਰਹੇ ਲੋਕ ਨੱਠ ਨੱਠ ਕੇ ਆਏ ਕਿ ਸਤਿਯੁਗ ਤ੍ਰੇਤੇ ਦਾ ਸਰੀਰ ਆਪਾਂ ਦੇਖੀਏ ਕਿੱਡੇ ਕਿੱਡੇ ਬੰਦੇ ਹੁੰਦੇ ਸੀ। ਉਹਨੂੰ ਬੜੀ ਹੈਰਾਨੀ ਹੁੰਦੀ ਸੀ ਦੇਖ ਕੇ ਵੀ ਐਡੀ ਵੱਡੀ ਡੀਲ ਡੌਲ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਉਹ ਬੇਨਤੀ ਕਰਦਾ ਹੈ
ਤੇ ਮਹਾਰਾਜ ਨੂੰ ਉਪਦੇਸ਼ ਦੇ ਰਹੇ ਨੇ, ਫਿਰ ਵੀ ਸੰਸ਼ੇ ਉੱਠੀ ਜਾ ਰਹੇ ਨੇ। ਉਹ ਪ੍ਰਸ਼ਨ ਅੱਗੇ ਕਰੀ ਜਾਂਦਾ, ਮਹਾਰਾਜ ਉਹਨੂੰ ਤਸੱਲੀ ਕਰਾਉਂਦਿਆਂ ਫਿਰ ਮਹਾਰਾਜ ਸਾਹਿਬ ਉੱਤੇ ਭਾਈ ਸੰਤੋਖ ਸਿੰਘ ਨੇ ਵੀ ਲਿਖਿਆ, ਤੇ ਗੁਰੂ ਸਾਹਿਬ ਨੇ ਫਿਰ ਕਿਰਪਾ ਦੀ ਦ੍ਰਿਸ਼ਟੀ ਉਹਦੇ ਸਰੀਰ ਤੇ ਪਾਈ, ਤੇ ਅੰਦਰ ਤੋਂ ਜਦੋਂ ਕਿਰਪਾ ਕੀਤੀ ਨਾ, ਗੁਰ ਕਿਰਪਾ ਜੇ ਨਰ ਕੋ ਕੀਤੀ, ਬਸ ਉਸੇ ਦਿਨ ਤੇ ਜੁਗਤ ਪਛਾਨੇ। ਯੋਗੀ ਨੇ ਜਿਹੜਾ ਕੁਝ ਵਿਦਿਆ ਤੋਂ ਪ੍ਰਾਪਤ ਨਹੀਂ ਕੀਤਾ, ਜਿਹੜਾ ਕੁਝ ਸਾਧਨਾ ਤੋਂ ਪ੍ਰਾਪਤ ਨਹੀਂ ਕੀਤਾ, ਤੇ ਉਸ ਯੋਗੀ ਨੂੰ ਗੁਰੂ ਦੀ ਪ੍ਰਸਾਦ ਕੀ ਕਿਰਪਾ ਦੇ ਨਾਲ ਸਭ ਕੁਝ ਮਿਲਿਆ। ਆਪਣੇ ਉਦਮ ਨਾਲ, ਹਿੰਮਤ ਨਾਲ ਕੱਖ ਵੀ ਨਹੀਂ ਮਿਲਿਆ, ਵਿਦਿਆ ਪੜ੍ਹਨ ਨਾਲ ਕੁਝ ਨਹੀਂ ਮਿਲਿਆ, ਦਸਮ ਦੁਆਰ ਦੀਆਂ ਸਮਾਧੀਆਂ 'ਚ ਕੁਝ ਨਹੀਂ ਮਿਲਿਆ। ਜਦੋਂ ਗੁਰੂ ਨੇ ਕਿਰਪਾ ਕੀਤੀ, ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ, ਨਿਹਾਲ ਹੋ ਗਿਆ। ਉਸ ਵੀ ਦੁੱਖ ਰਹਿਤ ਪਦਵੀ ਨੂੰ ਕਹਿੰਦੇ ਨੇ। ਤੇ ਇਸ ਕਰਕੇ ਤੁਸੀਂ ਮਹਾਰਾਜ ਜਗਤ ਦੇ ਗੁਰੂ ਹੋ, ਤੇ ਆਪ ਕਿਰਪਾ ਕਰੋ, ਕਿਰਪਾ ਦੇ ਖਜ਼ਾਨੇ ਹੋ, ਜਗਤ ਕਰੋ, ਤੇ ਜਗਤ ਦੇ ਗੁਰੂ ਸਰੂਪ ਹੋ, ਤੇ ਵੱਡੇ ਖਜ਼ਾਨੇ ਹੋ ਗਿਆਨ ਦੇ, ਸੰਸਾਰ ਦੇ ਮਾਲਕ ਹੋ। ਮੇਰੀ ਕੋਈ ਜੋਦੜੀ ਆ ਵੀ ਨਾ ਪੰਜਾਂ ਦੇ ਖਹਿੜਾ ਚੜਾ, ਇਹ ਮੇਰੇ ਤੇ ਕਿਰਪਾ ਕਰ ਦਿਓ। ਹੇ ਸੰਸਾਰ ਤਾਪ ਹਰਨ ਹੈ। ਤੇ ਨਾਲ ਫਿਰ ਹੁਣ ਇਹ ਵੀ ਬੇਨਤੀ ਕਰਦੇ ਰਹੇ ਤੈਨੂੰ ਹੇ ਸੰਸਾਰ ਤਾਪ ਹਰਨ। ਸੰਸਾਰ ਨੂੰ ਤਾਪ ਚੜਿਆ ਹੋਇਆ, ਅਸੀਂ ਤਾਂ ਉਹ ਜਾਣਦੇ ਜਦੋਂ ਪਿੰਡਾ ਗਰਮ ਜਾ ਹੋ ਜਾਂਦਾ ਹੈ, ਥਰਮਾਮੀਟਰ ਲਾ ਕੇ ਦੇਖਦੇ ਹਾਂ ਜੀ, ਤਾਂ 102 ਹੋ ਗਿਆ, 103 ਹੋ ਗਿਆ, 4 ਹੋ ਗਿਆ, 8 ਹੋ ਗਿਆ ਜੀ, ਬੇਹੋਸ਼ ਹੋ ਗਿਆ, ਬੁਖਾਰ ਚੜਿਆ। ਜਿਹੜਾ ਬੁਖਾਰ ਦਾ ਥਰਮਾਮੀਟਰ ਹੀ ਨਹੀਂ ਹੈ ਕੋਈ, ਸਾਰੇ ਸੰਸਾਰ ਨੂੰ ਚੜਿਆ ਹੋਇਆ, ਹਰ 3 ਤਰ੍ਹਾਂ ਦਾ ਚੜਿਆ ਹੋਇਆ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾਂ ਕੋ ਬਿਗਨ ਨ ਕੋ ਰਾਗੈ ਜਾਪੀ ਪ੍ਰਭ ਆਗਿਆ। 3 ਤਾਪ ਆਦ ਵਿਆਦ ਉਪਾਦ ਅਧਿਆਤਮ ਅਧਿਦ ਹੈ ਅਧਿਭੂਤ। ਇਹ ਤਿੰਨੇ ਤਾਪ ਨੇ ਜਿਹੜੇ ਸਾਰੇ ਸੰਸਾਰ ਨੂੰ ਚੜੇ ਹੋਏ ਆ, ਤੇ ਤਿੰਨਾਂ ਤਾਪਾਂ ਦੇ ਨਿਵਾਰਨ ਦੀ ਸ਼ਕਤੀ ਕੇਵਲ ਪਰਮੇਸ਼ਵਰ ਤੇ ਗੁਰੂ ਵਿੱਚ ਸਮਰੱਥਾ ਹੈ। ਇਹ ਜਿਹੜੇ ਤਿੰਨੇ ਤਾਪ ਚੜੇ ਹੋਏ ਆ, ਮਾਨਸਿਕ ਤਕਲੀਫਾਂ, ਸਰੀਰਕ ਤਕਲੀਫਾਂ, ਬੋਲਣ ਤੋਂ ਉਪਾਧੀਆਂ ਛੱਡੀਆਂ, ਇਹ ਤਿੰਨੇ ਤਾਪਾਂ ਨੂੰ ਨਿਵਾਰਨ ਵਾਲੇ, ਤਿੰਨੇ ਤਾਪਾਂ ਨੂੰ ਹਰਨ ਵਾਲੇ ਆਪ ਕਿਰਪਾ ਕਰੋ ਮਹਾਰਾਜ। ਇਹ ਸੰਸਾਰ ਤਾਪ ਹਰਨ, ਇਹਨਾਂ ਨੂੰ ਹਰਨਾ ਨਾਸ਼ ਕਰਨ ਦਾ, ਇਹਨਾਂ ਦਾ ਨਾਸ਼ ਕਰਨ ਵਾਲੇ। ਤੇ ਅੱਧੀ ਪੰਕਤੀ ਰਹਿੰਦੀ ਬੋਲਦੇ ਕਰੁਣਾ ਮੈਂ ਸਭ ਦੁੱਖ ਹਰੋ। ਕਰਨਾ ਮੈਂ, ਇਹਨੂੰ ਅਣਜਾਣ ਪਾਠੀ ਕਹਿੰਦੇ ਕਰਨਾ ਮੈਂ। ਅਣਜਾਣਪਣੇ ਦੇ ਵਿੱਚ ਮੈਂ ਕਹਿ ਸਕਦੇ ਪਰ ਨਹੀਂ, ਪਾਠ ਗਲਤ ਹੋ ਜਾਏਗਾ, ਅਰਥ ਵੀ ਗਲਤ ਹੋ ਜਾਏਗਾ। ਕਰਨਾ ਮੈਂ ਕਿਰਪਾ ਸਰੂਪ, ਤੁਸੀਂ ਕਿਰਪਾ ਸਰੂਪ ਹੋ। ਤੂੰ ਇਸ ਕਰਕੇ ਤੁਹਾਨੂੰ ਤਾਂ ਬੇਨਤੀ ਕਰਦੇ, ਤੁਸੀਂ ਕਿਰਪਾ ਸਰੂਪ ਹੋ, ਤੁਸੀਂ ਕਿਰਪਾ ਕਰ ਸਕਦੇ ਹੋ। ਕਰਨਾ ਮੈਂ, ਤੁਸੀਂ ਕਿਰਪਾ ਸਰੂਪ ਹੋ, ਮੇਰੇ ਤੇ ਮਹਾਰਾਜ ਕਿਰਪਾ ਕਰ ਦਿਓ। ਕਰਨਾ ਅੱਗੇ ਕੀ ਕਰਨਾ ਮੈਂ ਦੁੱਖ ਹਰੋ, ਤੇ ਮੇਰਾ ਜੰਮਣ ਤੇ ਮਰਨ ਦਾ ਦੁੱਖ ਨਾਸ਼ ਕਰ ਦਿਓ। ਤੇ ਜੰਮਣ ਮਰਨ ਦਾ ਦੁੱਖ ਜਿਹੜਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਹੈ। ਜੇ ਇਹਨਾਂ ਦਾ ਨਾਸ਼ ਹੋ ਗਿਆ ਤਾਂ ਮੇਰਾ ਜੰਮਣਾ ਮਰਨਾ ਨਾਸ਼ ਹੋ ਗਿਆ। ਇਸ ਕਰਕੇ ਇਹ ਦਾਤਾ ਜੀ, ਇਹ ਤੇਰੇ ਹੱਥ ਵਿੱਚ ਹੈ। ਹੇ ਸਰਣ ਜੋਗ ਦਇਆਲ ਹੈ। ਹੇ ਪਰਮੇਸ਼ਰ, ਤੂੰ ਕੈਸਾ ਹੈ। ਯੋਗ ਦਾ ਅਰਥ ਤਾਂ ਲੈ ਕੇ ਹੁੰਦਾ, ਤੂੰ ਸਰਣ ਆਇਆ ਨੂੰ ਰੱਖਣ ਦੇ ਯੋਗ ਹੈ। ਸਰਣ ਯੋਗ, ਸਰਣ ਆਇਆ ਦੀ ਰੱਖਿਆ ਕਰਨ ਦੇ ਲਾਇਕ ਹੈ, ਯੋਗ ਹੈ ਤੂੰ ਇਹਦੇ। ਜੋ ਸਰਣ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਤਾ। ਤੇ ਇਸ ਕਰਕੇ ਕਿਰਪਾ ਕਰੋ, ਸਰਣ ਯੋਗ, ਤੇ ਜਿਹੜਾ ਸਰਣ ਆਇਆ ਦੀ ਰੱਖਿਆ ਕਰਨਾ, ਦੁੱਖ ਹਰੋ। ਮੇਰਾ ਮਹਾਰਾਜ ਤੁਸੀਂ ਕਿਰਪਾ ਕਰਕੇ ਦੁੱਖ ਜਿਹੜਾ ਜੰਮਣ ਮਰਨ ਦਾ ਦੁੱਖ, ਜਿਹੜਾ ਕਾਮ ਕ੍ਰੋਧ ਆਦਿ ਦਾ, ਇਹਦੀ ਪੀੜਾ ਹੈ। ਕਾਮ ਪੀੜਾ, ਕ੍ਰੋਧ ਪੀੜਾ, ਲੋਭ ਦੀ ਅੰਦਰ ਪੀੜਾ ਦੁੱਖ ਹੈ। ਪੀੜਾ ਨਾਮ ਦੁੱਖ ਦਾ ਹੀ ਹੁੰਦਾ ਹੈ। ਤੋ ਇਸ ਕਰਕੇ ਆਪ ਕਿਰਪਾ ਕਰੋ ਮਹਾਰਾਜ, ਨਾ ਪੰਜਾਂ ਤੋਂ ਬਚਾ ਦਿਓ। ਦੀਨਾਨਾਥ ਮਇਆ ਕਰੋ। ਤੇ ਦੀਨ ਗਰੀਬਾਂ ਦੇ ਉੱਤੇ, ਯਤੀਮਾਂ ਦੇ ਉੱਤੇ ਆਪ ਕਿਰਪਾ ਕਰ ਸਕਦੇ ਹੋ ਮਹਾਰਾਜ।
ਦੀਨਾਂ ਦੇ ਨਾਥ ਸੁਆਮੀ ਹੋ, ਮਾਲਕ ਹੋ, ਤੁਸੀਂ ਮਾਇਆ ਕਰੋ, ਮੇਰੇ ਤੇ ਕਿਰਪਾ ਕਰ ਦਿਓ ਮਹਾਰਾਜ। ਕਿਰਪਾ ਸਰੂਪ ਹੋ ਤੁਸੀਂ, ਐਸੀ ਕਿਰਪਾ ਕਰੋ ਗਰੀਬ ਨਵਾਜ ਕੇ ਇਹਨਾਂ ਪੰਜਾਂ ਦਾ